ਸਾਹਿਬ ਜੀਓ। ਗੁਰੂ ਨਾਨਕ ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਸ਼੍ਰੀ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹਾਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਤਰੋਂ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਵਾਹਿਗੁਰੂ ਸਾਹਿਬ ਜੀ। ਧਾਇ ਨਾ ਸੇਵ ਜਮਾਨ ਕੁਲੀਨਾ, ਭਈ ਪਰਸੂਤਾ ਅਤ ਸੁਖ ਲੀਨਾ। ਅਸ਼ਟਦੀਪ ਦੀਪਤ ਗ੍ਰਹਿ ਜਾਨੋ, ਸ਼ਬ ਘਟ ਗਈ ਬਾਲ ਰਬ ਮਾਨੋ। ਧਾਇ ਨ ਸੇਵ ਜਮਾਨ ਕੁਲੀਨਾ, ਭਈ ਪਰਸੂਤਾ ਅਤ ਸੁਖ ਲੀਨਾ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਅਜ਼ਮਤ ਬਖਸ਼ਿਸ਼। ਟਲਦੀ ਸ਼ਾਮ ਅਸੀਂ ਸਤਸੰਗਤ ਦਾ ਸਮਾਂ ਮਾਣ ਪਾ ਰਹੇ ਹਾਂ। ਅਹੋ ਭਾਗੀ ਹਾਂ, ਗੁਰੂ ਹਜ਼ੂਰੀ ਨੂੰ ਮਾਣਦੇ ਹਾਂ। ਗੁਰਬਾਣੀ ਕੀਰਤਨ ਦੀ ਚੌਂਕੀ ਅਜੇ ਹੁਣੇ ਸੰਪੂਰਨ ਹੋਈ। ਹੁਣ ਸਮਾਂ ਬਣਿਆ ਹੈ ਅਸੀਂ ਕਥਾ ਵਿਚਾਰ ਦੇ ਨਾਲ ਸਾਂਝ ਪਾਈਏ। ਜਿਸ ਗੋਚਰੇ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਦੁਆਰਾ ਰਚਿਤ ਰਚਨਾ ਗੁਰਪ੍ਰਤਾਪ ਸੂਰਜ, ਉਹ ਅਸੀਂ ਵਿਚਾਰ ਰਹੇ ਹਾਂ। ਆਪ ਜੀ ਇਹਦੇ ਬੜੇ ਸ਼ੁਰੂਆਤੀ ਆਰੰਭਕ ਦੌਰ ਨੂੰ ਵਿਚਾਰ ਦੇ ਰੂਪ ਵਿੱਚ ਸਰੋਤ ਪਾ ਰਹੇ ਹੋ, ਜਿੱਥੇ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੋ ਰਿਹਾ ਤਲਵੰਡੀ ਦੇ ਵਿੱਚ। ਕਵੀ ਜੀ ਬੜੀ ਕਾਵਮਈ ਅੰਦਾਜ਼ ਦੇ ਵਿੱਚ, ਬੜੇ ਬਿੰਬਾਵਲੀ ਸਿਰਜ ਕੇ ਭਾਵਪੂਰਤ ਰੰਗ ਦੇ ਅੰਦਰ ਇਹ ਸਾਰੀ ਰਚਨਾ ਸਾਡੇ ਸਾਹਮਣੇ ਪ੍ਰੈਜ਼ੈਂਟ ਕਰ ਰਹੇ ਨੇ, ਸਾਡੇ ਸਾਹਮਣੇ ਵਿਖਾ ਰਹੇ ਨੇ। ਸੋ ਉਸ ਦੇ ਵਿੱਚ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੋਇਆ ਹੈ ਸੰਮਤ 1526 ਨੂੰ, ਅਤੇ ਉਸ ਦਿਨ ਦਾ, ਉਸ ਖਾਸ ਦਿਹਾੜੇ ਦਾ, ਉਹਦਾ ਜ਼ਿਕਰ ਕਵੀ ਜੀ ਕਰ ਰਹੇ ਨੇ। ਸੋ ਅਸੀਂ ਇੱਥੋਂ ਤੱਕ ਇਸ ਤਵਾਰੀਖ ਨੂੰ ਵਿਚਾਰਦੇ ਹੋਏ ਪਹੁੰਚੇ ਹਾਂ। ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਹੈ। ਜਿਹੋ ਜਿਹਾ ਘਰ ਵਿੱਚ ਮਾਹੌਲ ਆ, ਬਾਬਾ ਕਾਲੂ ਜੀ ਅਤੇ ਘਰ ਦੇ ਹੋਰ ਪਰਿਵਾਰਕ ਜੀ ਜਿਸ ਤਰੀਕੇ ਨਾਲ ਸਾਰਾ ਐਕਟ ਰਿਐਕਟ ਕਰ ਰਹੇ ਹਨ, ਉਹਦੇ ਉੱਤੇ ਕਵੀ ਜੀ ਨੇ ਕੁਝ ਆਪਣੇ ਵੱਲੋਂ ਬੜੇ ਸ਼ਰਧਾਤਮਕ ਪੱਖ ਦੇ ਨਾਲ ਆਪਣੇ ਕੁਝ ਕਾਵ ਬੰਦ ਸਿਰਜੇ ਨੇ, ਜਿਨ੍ਹਾਂ ਨੂੰ ਅਸੀਂ ਅੱਜ ਦੇ ਇਸ ਦੀਵਾਨ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਸੋ ਆਓ ਵਿਚਾਰ ਦੀ ਪ੍ਰਾਰੰਭਤਾ ਗੁਰਫਤਿਹ ਦੀ ਸਾਂਝ ਨਾਲ ਕਰਨ ਦੀ ਕੋਸ਼ਿਸ਼ ਕਰੀਏ। ਇੱਕ ਵਾਰੀ ਜਿਤਨੇ ਕੁ ਜੀ ਹਾਜ਼ਰੀਨ ਹੋ, ਜੇ ਆਵਾਜ਼ ਸੁਣ ਪਾ ਰਹੇ ਹੋ ਤੇ ਸਭ ਪ੍ਰੇਮ ਫਤਿਹ ਬੁਲਾਉਣੀ, ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਧਾਇਨ ਸੇਬ ਜਮਾਨ ਕੁਲੀਨਾ, ਭਈ ਪਰਸੂਤਾ ਅਤ ਸੁਖ ਲੀਨਾ। ਕਵੀ ਜੀ ਨੇ ਜੋ ਬਾਤ ਕੀਤੀ ਕਿ ਤਾਇਨ ਸੇਬਿੰਗ ਮਾਨ ਕੁਲੀਨਾ, ਕੁਲੀਨਾ ਚੰਗੇ ਕੁੱਲ ਦੇ ਲੋਕ, ਤੇ ਇੱਥੇ ਖਾਸ ਕਰਕੇ ਜੋ ਆਪਣੇ ਯਜਮਾਨ ਦੀ ਸੇਵਾ ਵਿੱਚ ਲੱਗਣ ਵਾਲੀਆਂ ਸੁਆਣੀਆਂ, ਜਿਨ੍ਹਾਂ ਨੂੰ ਖਾਸ ਕਰਕੇ ਦਾਈ ਦੇ ਰੂਪ ਵਿੱਚ ਪ੍ਰੈਜ਼ੈਂਟ ਕੀਤਾ ਜਾਂਦਾ ਹੈ, ਉਹ ਬੜੀ ਖੁਸ਼ੀ ਚਾਅ ਦੇ ਨਾਲ ਭਈ ਪ੍ਰਸੂਤਾ ਅਤ ਸੁਖ ਲੀਨਾ, ਦਾਈ ਜੋ ਬੱਚੇ ਦੇ ਜਨਮ ਦੇ ਸਮੇਂ ਮਦਦ ਕਰਨ ਵਾਲੀ ਨਰਸ ਹੁੰਦੀ ਹੈ। ਬੀਤੇ ਕੱਲ੍ਹ ਆਪਾਂ ਥੋੜ੍ਹੀ ਜਿਹੀ ਬਾਤ ਛੂਹਣ ਦੀ ਕੋਸ਼ਿਸ਼ ਕੀਤੀ। ਸਮਾਂ ਬਦਲਿਆ, ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਵੱਖਰੇ ਵੱਖਰੇ ਰੂਪ ਵਿੱਚ ਆ ਰਹੀਆਂ ਨੇ। ਸਾਡੀਆਂ ਟਰੈਡੀਸ਼ਨ ਜਾਂ ਦੁਨੀਆ ਭਰ ਦੀਆਂ ਟਰੈਡੀਸ਼ਨਸ ਦੇ ਵਿੱਚ ਜਿਵੇਂ ਨਰਸਿਸ ਹੁੰਦੀਆਂ ਸੀਗੀਆਂ, ਜਿਹੜੀਆਂ ਇਸਤਰੀ ਨੂੰ ਮਦਦ ਵਾਸਤੇ, ਉਹਦੀ ਸਰੀਰਕ ਸਿਹਤਯਾਬੀ ਵਾਸਤੇ, ਜਿਨ੍ਹਾਂ ਦੇ ਕੋਲ ਤਜਰਬਾ ਹੁੰਦਾ ਸੀਗਾ। ਸਾਡੇ ਉਸ ਖਿੱਤੇ ਦੇ ਵਿੱਚ ਬੜੇ ਬੜੇ ਤਜਰਬੇਕਾਰ ਲੋਕ ਰਹੇ, ਵੈਦ ਹਕੀਮ, ਉਹ ਸਾਰੇ ਰੂਪ ਦੇ ਅੰਦਰ। ਈਵਨ ਬੀਤੇ ਦੇ ਵਿੱਚ ਵੀ ਕੁਝ ਇਹੋ ਜਿਹੇ ਵੈਦ ਹਕੀਮ ਦੇਖਣ ਦਾ ਮੌਕਾ ਬਣਿਆ ਜੋ ਬੜੇ ਉਮਰ ਦਰਾਜ਼ ਹੋ ਕੇ ਅਲਟੀਮੇਟਲੀ ਫੌਤ ਹੋ ਗਏ। ਤੋ ਨਬਜ਼ ਪਕੜਨੀ, ਤੇ ਨਬਜ਼ ਪਕੜ ਕੇ ਬਿਲਕੁਲ ਐਗਜ਼ੈਕਟਲੀ ਜਿਵੇਂ ਐਲੋਪੈਥੀ ਦੇ ਅੰਦਰ ਤੁਹਾਨੂੰ ਉਹ ਕੋਈ ਡਾਇਗਨੋਸ ਦੇ ਦਿੰਦੇ, ਐਵੇਂ ਦਾ ਡਾਇਗਨੋਸ ਦੇ ਦਿੰਦੇ ਹੋ। ਬੰਦਾ ਐਲੋਪੈਥੀ ਨਾਲ ਜਾ ਕੇ ਚੈੱਕ ਕਰਦਾ ਵੀ ਵਾਕਿਆ 'ਚ ਐਗਜ਼ੈਕਟਲੀ ਸੇਮ ਡਾਇਗਨੋਸ। ਸੋ ਦੈਟ ਵਾਜ਼ ਏ ਆਰਟ, ਇਹ ਬੜੀ ਵੱਡੀ ਇੱਕ ਉਹਨਾਂ ਦੇ ਕੋਲ ਸਕਿੱਲ ਸੀਗੀ। ਦਾਈਆਂ ਦੇ ਰੂਪ ਦੇ ਵਿੱਚ ਅਜੇ ਨਾਰਥ ਅਮਰੀਕਾ, ਕੈਨੇਡਾ ਦੇ ਲਾ ਦੇ ਬਾਬਤ ਮੈਨੂੰ ਨਹੀਂ ਪਤਾ, ਵੈਸੇ ਅਮੈਂਡਮੈਂਟ ਦੀ ਗੱਲ ਹੋ ਰਹੀ ਸੀਗੀ। ਅਦਰਵਾਈਜ਼ ਯੂਰਪ ਦੇ ਅੰਦਰ, ਜਿਵੇਂ ਇੰਗਲੈਂਡ ਦੇ ਅੰਦਰ, ਘਰਾਂ ਦੇ ਵਿੱਚ ਸਾਡੇ ਇੰਡੀਆ ਦੀ ਤਰ੍ਹਾਂ ਬੱਚਿਆਂ ਨੂੰ ਜਨਮ ਦਿੱਤਾ ਜਾ ਸਕਦਾ ਲੀਗਲੀ। ਦਾਈਆਂ ਹੈਲਪ ਲਈ ਆਉਂਦੀਆਂ, ਦਾਈਆਂ ਦੀ ਹੈਲਪ ਨਾਲ ਬੱਚੇ ਦਾ ਜਨਮ ਹੋ ਜਾਂਦਾ। ਜ਼ਰੂਰੀ ਨਹੀਂ ਤੁਸੀਂ ਮੈਡੀਕਲ ਇੰਟਰਵੈਂਸ਼ਨ ਕਰਾਉਣੀ ਹੈ। ਮੈਡੀਕਲ ਇੰਟਰਵੈਂਸ਼ਨ ਦੀ ਲੋੜ ਜਿੱਥੇ ਨਹੀਂ, ਤੇ ਉੱਥੇ ਉਹ ਕਹਿੰਦੇ ਇਟਸ ਓਕੇ। ਪਰ ਇਹ ਵੀ ਸੱਚ ਆ ਕਿ ਉਹ ਆਪਣੇ ਆਪ ਵਿੱਚ ਮੈਡੀਕਲ ਪ੍ਰੋਫੈਸ਼ਨਲਸ ਹੁੰਦੇ ਸੀਗੇ। ਮੇਰੇ ਨੌਨ ਪਰਿਵਾਰ ਹੈਗੇ ਨੇ ਵੈਨਕੂਵਰ ਦੇ ਵਿੱਚ, ਹੁਣ ਤੇ ਮਾਤਾ ਬਹੁਤ ਬਜ਼ੁਰਗ ਹੋਏ ਨੇ, ਤੇ ਉਹਨਾਂ ਬਾਅਦ ਦੱਸੀ ਅਰਾਊਂਡ 70s ਦੇ ਜਿੱਥੇ ਆਏ ਨੇ, ਤੇ ਉਹ ਕਹਿੰਦੇ ਵੀ ਸਮਹਾਓ ਕੋਈ ਜ਼ਰੂਰੀ ਕੰਮ ਪੈ ਗਿਆ, ਐਂਡ ਆਈ ਵਾਜ਼ ਇਨ ਮਾਈ ਫਸਟ ਪ੍ਰੈਗਨੈਂਸੀ ਐਂਡ ਆਈ ਹੈਵ ਟੂ ਗੋ ਬੈਕ ਟੂ ਇੰਡੀਆ। ਮੈਨੂੰ ਵਾਪਸ ਟਰੈਵਲ ਕਰਕੇ ਉੱਥੇ ਜਾਣਾ ਪਿਆ। ਜਾਣ ਦੇ ਦੌਰਾਨ ਉੱਥੇ ਲੇਟ ਨਾਈਟ ਜਿੱਦਣ ਪਹੁੰਚੀ ਹਾਂ, ਲੇਬਰ ਪੇਨਸ ਸ਼ੁਰੂ ਹੋ ਗਈ। ਕਿਤੇ ਪਿੰਡ ਥਾਂ ਦੇ ਵਿੱਚ ਜਾਂ ਕੋਈ ਉਸ ਸ਼ਹਿਰ ਥਾਂ ਕੋਈ ਨੇੜੇ ਹੈ ਨਹੀਂ ਗੀ, ਬੜੀ ਦਿੱਕਤ ਆਉਣ ਦੀ ਸੰਭਾਵਨਾ ਬਣ ਗਈ। ਖੈਰ, ਜੋ ਦਾਈ ਸੀ ਨਗਰ ਦੀ, ਉਸ ਨੂੰ ਬੁਲਾਇਆ ਗਿਆ। ਉਸਨੇ ਆ ਕੇ ਮੁਆਇਨਾ ਕੀਤਾ, ਤੇ ਮੁਆਇਨਾ ਕਰਨ ਤੋਂ ਬਾਅਦ ਕਹਿਣ ਲੱਗੀ ਕਿ ਸੱਚ ਇਹ ਹੈ ਕਿ ਤੇਰੇ ਕੋਲ ਬਹੁਤਾ ਟਾਈਮ ਹੈ ਨਹੀਂ ਗਾ, ਵੀ ਜਿਹੜਾ ਬੱਚਾ ਆਲਮੋਸਟ ਉਹਦਾ ਜਨਮ ਹੋ ਜਾਣਾ, ਮਗਰ ਇਹਦੇ 'ਚ ਤੈਨੂੰ ਕੁਝ ਮੁਸ਼ਕਲਾਂ ਆਉਣਗੀਆਂ। ਮੈਨੂੰ ਡਾਕਟਰ ਨੇ ਵੀ ਦੱਸਿਆ ਸੀ ਇੱਥੇ। ਪਰ ਉਸ ਮੁਸ਼ਕਲਾਂ ਦੇ ਵਿੱਚ ਉਸਨੇ ਕੁਝ ਆਪਣੇ ਜਿਹੜੇ ਦੇਸੀ ਔੜ ਪੌੜ ਹੁੰਦੇ ਨੇ ਉਹ ਕੀਤੇ, ਐਂਡ ਸ਼ੀ ਡਿਲੀਵਰਡ ਦੈਟ ਬੇਬੀ, ਯੂ ਕੈਨ ਸੇ ਇਨ ਏ ਵੈਰੀ, ਯੂ ਕੈਨ ਸੇ, ਜਿਹਨੂੰ ਕਿਹਾ ਜਾਏ ਕਿ ਜਿਸ ਤਰੀਕੇ ਨਾਲ ਐਪਰੋਪਰੀਏਟ ਵੇ ਦੇ ਨਾਲ, ਜਿਸ ਢੰਗ ਦੇ ਨਾਲ ਬੱਚੇ ਦਾ ਜਨਮ ਪ੍ਰੋਪਰ ਹੋਣਾ ਚਾਹੀਦਾ, ਉਸ ਢੰਗ ਨਾਲ ਉਹਨਾਂ ਨੂੰ ਜਨਮ ਕਰਵਾਉਣ ਵਿੱਚ ਹੈਲਪ ਕਰਵਾ ਦਿੱਤੀ। ਅਤੇ ਉਹ ਕਹਿੰਦੇ ਵੀ ਚਲੋ ਠੀਕ ਆ, ਮੈਨੂੰ ਲੱਗਾ ਵੀ ਠੀਕ ਆ ਉਹਨੇ ਉਸ ਰੂਪ ਵਿੱਚ। ਉਸ ਤੋਂ ਬਾਅਦ ਵੈਨ ਆਈ ਗੋਟ ਸੈਕਿੰਡ ਟਾਈਮ ਐਕਚੁਅਲੀ pregnant, and that time I was in Canada and medical professionals were helping me, and I got very big hard time with them. ਬਹੁਤ ਮੈਂ ਹਾਰਡ ਟਾਈਮ ਵਿੱਚੋਂ ਗੁਜ਼ਰੀ, ਤੇ ਮੈਨੂੰ ਅਹਿਸਾਸ ਹੋਇਆ ਇਹਦੇ ਨਾਲੋਂ ਤਾਂ ਜ਼ਿਆਦਾ ਉਹਨਾਂ ਲੋਕਾਂ ਕੋਲ ਐਕਸਪੀਰੀਅੰਸ ਸੀਗਾ ਜਿਨ੍ਹਾਂ ਲੋਕਾਂ ਦੇ ਕੋਲ ਉਹੋ ਜਿਹੀ ਮੈਡੀਕਲ ਫੈਸਿਲਿਟੀ, ਉਹ ਸਭ ਚੀਜ਼ਾਂ ਨਹੀਂ ਹੁੰਦੀਆਂ ਉਸ ਰੂਪ ਦੇ ਵਿੱਚ। ਸੋ ਇਹਨੂੰ ਇਸ ਤਰ੍ਹਾਂ ਸਮਝ ਲਈਏ ਕਿ ਆਪਣੇ ਆਪ ਵਿੱਚ ਇਹ ਸਕਿੱਲਸ ਦੇ ਆਰਟ ਇਸ ਕਰਕੇ ਮਰਦੀ ਲੱਗੀ ਗਈ ਕਿਉਂਕਿ ਇਹਨੂੰ ਅਸੀਂ ਕਲਮਬੱਧ ਨਹੀਂ ਕੀਤਾ, ਅੱਗੇ ਤੋਂ ਅੱਗੇ ਸਿਖਾਉਣ ਵਾਸਤੇ ਸਕੂਲ ਨਾ ਖੋਲ੍ਹੇ। ਉਹ ਚੀਜ਼ਾਂ ਹੌਲੀ ਹੌਲੀ ਕਰਕੇ ਵੈਸਟਰਨ ਵਰਲਡ ਨੇ ਕਿਹਾ, ਅਸੀਂ ਬਾਣੀ ਦਾ ਜੇ ਬਚਨ ਪੜ੍ਹਦੇ ਨਾ, ਵੀ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ, ਕਿਆ ਖਾਵੇਂ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧੋ ਜਾਈ। ਇੱਕ ਯੂਨੀਵਰਸਲ ਕੌਨਸੈਪਟ ਆ, ਜਿਸ ਖਜ਼ਾਨੇ ਨੂੰ ਤੁਸੀਂ ਵੰਡੋਗੇ ਆਲੇ ਦੁਆਲੇ, ਤੇ ਖਾਸ ਕਰਕੇ ਨੌਲੇਜ ਦਾ ਖਜ਼ਾਨਾ ਜਿਹੜਾ, ਇਸ ਤੋਂ ਵੱਡਾ ਖਜ਼ਾਨਾ ਕੋਈ ਨਹੀਂ ਗਾ। ਜੇ ਪੈਸੇ ਧੇਲੇ ਸਰਮਾਏ ਦੀ ਗੱਲ ਕਰੋ, ਕਹਿੰਦੇ ਅਖੁੱਟ ਜਾਂਦਾ। ਜਿਹੜੀ ਗਿਆਨ ਦੀ ਬਾਤ ਆ, ਇਹ ਇਹ ਨਿਖੁੱਟਦੀ ਨਹੀਂ, ਇਹ ਬਲਕਿ ਵੱਧਦੀ ਹੈ। ਸੋ ਇਹਦੇ 'ਚ ਇਜ਼ਾਫੇਦਾਰੀ ਉਸ ਰੂਪ ਵਿੱਚ ਕਰਨੀ।
ਪਰ ਇਹ ਵੀ ਰਿਹਾ ਉਸ ਸਮਾਜ ਦੇ ਵਿੱਚ ਜਿਹੜੇ ਇਸ ਕਿਸਮ ਦੇ ਪ੍ਰੋਫੈਸ਼ਨ ਕਰਨ ਵਾਲੇ ਲੋਕ ਸੀਗੇ, ਉਹਨਾਂ ਨੂੰ ਵੀ ਤਿਰਸਕਾਰ ਦੀ ਨਿਗਾਹ ਨਾਲ ਦੇਖਿਆ ਗਿਆ, ਉਹਨਾਂ ਦਾ ਵੀ ਬਣਦਾ ਸਰਦਾ ਇਵਜ਼ਾਨਾ ਨਾ ਦਿੱਤਾ ਗਿਆ। ਉੱਥੇ ਵੀ ਉਹਨਾਂ ਨੂੰ ਵੀ ਕਿਸੇ ਘਰ ਜੇ ਕਿਤੇ ਬੱਚਾ ਪੈਦਾਇਸ਼ ਵਿੱਚ ਆਇਆ ਹੈ ਤੇ ਘਰ ਦੇ ਜੀਆਂ ਦੀ ਮਿੰਨਤ ਤਰਲਾ ਕਰਕੇ ਜਿਵੇਂ ਵਧਾਈ ਉਗਰਾਣੀ ਪੈਂਦੀ ਐਵੇਂ ਕਰਨਾ ਪੈਂਦਾ, ਨਾ ਕਿ ਉਹਦੀ ਸਕਿੱਲ ਦੇ ਅਕੋਰਡਿੰਗਲੀ ਉਹਦੀ ਕੋਈ ਫੀਸ ਉਹਨੂੰ ਵਾਜਬ ਢੰਗ ਨਾਲ ਪੇ ਕੀਤੀ ਜਾਏ। ਸੋ ਇਹ ਸਾਰੇ ਤਰੀਕੇਕਾਰ ਨਾ ਰਹੇ। ਇੱਥੋਂ ਤੱਕ ਵੀ ਰਿਹਾ ਕਿ ਜਿਹੜੀ ਖਾਸ ਕਰਕੇ ਇਸ ਬੱਚੇ ਨੂੰ ਪਕੜੋ ਪਲੀਜ਼, ਜੋ ਇਸ ਰੂਪ ਦੇ ਵਿੱਚ ਜੇ ਕਿਤੇ ਹੁੰਦਾ ਕਿ ਸਪੋਜ਼ ਜੇਕਰ ਕਿਸੇ ਢੰਗ ਦੇ ਨਾਲ ਕਿਸੇ ਨੂੰ ਇਸ ਸੇਵਾ ਦੇ ਵਿੱਚ ਇਸ ਕਾਰਜ ਲਈ ਲਗਾਇਆ ਜਾਂਦਾ ਤੇ ਉਹ ਆਪਣੇ ਆਪ ਨੂੰ ਹੀਣਾ ਸਮਝਦਾ ਵੀ ਇਹ ਕਾਰਜ ਛੋਟਾ ਆ, ਇਹ ਕਾਰਜ ਇਸ ਤਰ੍ਹਾਂ ਆ ਵੀ ਜਿਵੇਂ ਕਿਸੇ ਦੇ ਅਸੀਂ ਲੋਅਰ ਲੈਵਲ ਦੇ ਚੌਥੇ ਦਰਜੇ ਦਾ ਜਿਹਨੂੰ ਕਹਿੰਦੇ ਨੇ ਉਸ ਤਰੀਕੇ ਦਾ ਇਹ ਕਾਰਜ ਮੰਨਿਆ ਜਾਂਦਾ। ਸੋ ਉਸ ਨੂੰ ਕਿਹਾ ਜਾਂਦਾ ਇਹ ਜੀ ਪ੍ਰਸੂਤਾ ਆ, ਇਹ ਪ੍ਰਸੂਤ ਦੇ ਵਿੱਚ ਜਿਹੜੀ ਸਵਾਣੀ ਹੁੰਦੀ ਉਹਦੀ ਹੈਲਪ ਕਰਨ ਵਾਲੀ ਆ, ਉਹਦੀ ਇਹ ਉਸ ਰੂਪ ਦੇ ਵਿੱਚ ਕੇਅਰ ਟੇਕਰ ਆ, ਜਿਵੇਂ ਮੇਡ ਕਿਹਾ ਜਾਂਦਾ। ਇਹ ਵਰਡ ਇਸ ਰੂਪ ਵਿੱਚ ਯੂਜ਼ ਕੀਤਾ ਜਾਂਦਾ ਇੱਥੇ। ਹਾਲਾਂਕਿ ਹੁਣ ਸ਼ਬਦਾਂ ਦੇ ਉੱਤੇ ਵੀ ਬੜਾ ਜ਼ੋਰ ਦਿੱਤਾ, ਸਾਡੇ ਉੱਤੇ ਆਮ ਕਰਕੇ ਨੌਕਰ ਹੈ ਸਾਡਾ, ਮਾਫੀ ਮੰਗਾ ਕਈ ਵਾਰੀ ਸਾਡੀ ਜ਼ਬਾਨ 'ਤੇ ਵੀ ਆ ਜਾਂਦਾ ਇਸ ਰੂਪ ਵਿੱਚ ਲਫ਼ਜ਼। ਕਈ ਸੱਜਣ ਕਹਿੰਦੇ ਭਾਈ ਸਾਹਿਬ ਤੁਸੀਂ ਐਵੇਂ ਵਰਡ ਕਹਿ ਦਿੱਤਾ। ਹਕੀਕਤ ਇਹ ਹੈ ਕਿ ਨੌਕਰ ਤਾਂ ਅਸੀਂ ਸਾਰੇ ਹੀ ਕੁਦਰਤ ਦੇ ਹਾਂ, ਕੁਦਰਤ ਨੇ ਸਾਨੂੰ ਜੌਬਸ ਦਿੱਤੀਆਂ ਨੇ, ਕੁਦਰਤ ਨੇ ਸਾਨੂੰ ਸਾਰਿਆਂ ਨੂੰ ਕੰਮੇ ਲਾਇਆ ਹੈ ਤੇ ਅਸੀਂ ਸਾਰੇ ਉਸ ਕੰਮ ਵਿੱਚ ਲੱਗੇ ਆ ਤੇ ਸਭ ਦਾ ਕੁਝ ਨਾ ਕੁਝ ਕੰਟਰੀਬਿਊਸ਼ਨ ਹੈ। ਹਾਂ, ਇੱਕ ਕੰਮ ਮੈਂ ਕਰਦਾ, ਮੈਂ ਲੀਡ 'ਚ ਕਰ ਰਿਹਾ, ਕੋਈ ਮੈਨੂੰ ਅਸਿਸਟ ਕਰ ਰਿਹਾ, ਇੰਨਾ ਹੋ ਸਕਦਾ। ਘਰ ਦੇ ਵਿੱਚ ਕੇਅਰ ਟੇਕ ਕਰਨੀ ਹੈ, ਉਸ ਘਰ ਦੀ ਕੇਅਰ ਟੇਕ ਕਰਨ ਦੇ ਦੌਰਾਨ ਜਿਹੜੀ ਹੈ ਮੈਂ ਕਿਸੇ ਦੀ ਹੈਲਪ ਲੈ ਰਿਹਾ ਵਾਂ, ਕੋਈ ਮਦਦ ਕਰ ਰਿਹਾ, ਉਹ ਮੈਨੂੰ ਘਰ ਦੇ ਵਿੱਚ ਮੇਰੇ ਕਾਰਜ ਅੰਦਰ ਅਸਿਸਟ ਕਰਨ ਵਾਲਾ ਹੈ, ਮੇਰਾ ਹੀ ਕਾਰਜ ਆ, ਮੇਰੇ ਕਾਰਜ ਨੂੰ ਉਹ ਅਸਿਸਟ ਕਰ ਰਿਹਾ ਹੈ ਤੇ ਮੈਨੂੰ ਉਹਦਾ ਜ਼ਿਆਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਸੋ ਇਹ ਪ੍ਰਵਿਰਤੀ ਭਾਸ਼ਾ ਦੇ ਪੱਖ ਦੇ ਵਿੱਚ ਵੀ ਆ ਰਹੀ ਹੈ। ਜੇ ਤੁਸੀਂ ਭਾਸ਼ਾ ਦੇ ਪੱਖ ਤੋਂ ਇਸ ਰੂਪ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਆਓਗੇ ਤਾਂ ਜਾ ਕੇ ਹੌਲੀ ਹੌਲੀ ਸਮਾਜ ਉਸਾਰੀ ਹੋਏਗੀ, ਤਾਂ ਜਾ ਕੇ ਸਮਾਜ ਵਾਜਬ ਹੁੰਦਾ। ਪਰ ਹਾਂ, ਜੇ ਦੇਖਿਆ ਜਾਏ ਤੇ ਲੋਕ ਕਹਿੰਦੇ ਨਹੀਂ ਮੈਂ ਆ ਪ੍ਰਸੂਤਾ ਦੀ ਸੇਵਾ ਕਿਉਂ ਕਰਾਂ, ਮੈਂ ਪ੍ਰਸੂਤਾ ਕਿਉਂ ਅਖਵਾਵਾਂ। ਪਰ ਕਵੀ ਜੀ ਕਹਿੰਦੇ ਧੰਨ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਪ੍ਰਕਾਸ਼ ਦੇ ਨਾਲ ਪਾਇਨ ਸੇਵਿੰਗ ਮਾਨ ਕੁਲੀਨਾ, ਜਿਹੜੀਆਂ ਸਵਾਣੀਆਂ ਚੰਗੇ ਕੁਲੀਨ ਘਰਾਂ ਦੀਆਂ ਨੇ ਉਹਨਾਂ ਵੀ ਸੋਚਿਆ ਭਈ ਪ੍ਰਸੂਤਾ ਅਤ ਸੁਖ ਲੀਨਾ ਨੇ ਕਿਹਾ ਅਸੀਂ ਸਾਹਿਬ ਮਹਾਰਾਜ ਦੇ ਜਨਮ ਦੇ ਸਮੇਂ ਮਾਂ ਤ੍ਰਿਪਤਾ ਦੀਆਂ ਪ੍ਰਸੂਤਾ ਅਸੀਂ ਬਣਾਂਗੀਆਂ, ਅਸੀਂ ਉਹਦੀ ਦਾਈ ਬਣ ਕੇ ਉਹਦੀ ਸੇਵਾ ਵਿੱਚ ਲੱਗਾਂਗੀਆਂ। ਸਾਡੇ ਇਹੋ ਭਾਗ ਨੇ ਕਿ ਇਹੋ ਜਿਹਾ ਸਾਨੂੰ ਮੌਕਾ ਬਣਿਆ ਕਿ ਅਸੀਂ ਇਸ ਬਾਲ ਵਰੇਸ ਦੀ ਆਮਦ ਦੇ ਉੱਤੇ ਅਸੀਂ ਮਾਂ ਤ੍ਰਿਪਤਾ ਦੀ ਸੇਵਾ ਵਿੱਚ ਹਾਂ ਜੀ। ਅਸ਼ਟਦੀਪ ਦੀਪਤ ਗ੍ਰਹਿ ਜਾਨੋ, ਸ਼ਬ ਘਟ ਗਈ ਬਾਲ ਰਬ ਮਾਨੋ। ਅਸ਼ਟਦੀਪ ਦੀਪਕ ਗ੍ਰਹਿ ਜਾਨੋ। ਅੱਜ ਤੇ ਖੈਰ ਸਮੇਂ ਦਾ ਰੂਪ ਹੀ ਬਦਲ ਗਿਆ, ਪੂਰਾ ਦਾ ਪੂਰਾ ਕੜ ਟੁੱਟ ਗਿਆ ਕਹਿ ਲਓ ਇਸ ਢੰਗ ਦੇ ਨਾਲ। ਨਾ ਸਾਨੂੰ ਹਨੇਰੇ ਦਾ ਪਤਾ ਰਿਹਾ, ਨਾ ਸਾਨੂੰ ਰੌਸ਼ਨੀ ਦਾ ਪਤਾ ਰਿਹਾ। ਹਕੀਕਤ ਇਹ ਬਣ ਗਈ ਹੈ, ਰੌਸ਼ਨੀ ਇਤਨੀ ਜ਼ਿਆਦਾ ਹੋ ਚੁੱਕੀ ਹੈ, ਲੋਕ ਹੁਣ ਹਨੇਰਾ ਲੱਭਦੇ ਨੇ। ਅਸੀਂ ਹੁਣ ਤੇ ਖੈਰ ਨਹੀਂ ਜਾ ਪਾਏ ਕੁਝ ਸਮੇਂ ਤੋਂ, ਪਰ ਅਸੀਂ ਜ਼ਿਆਦਾਤਰ ਸਮਰ ਟਾਈਮ ਕੈਂਪਸ ਵਗੈਰਾ ਜਾਂਦੇ ਬੱਚਿਆਂ ਦੇ ਨਾਲ ਕਰਨ ਲਈ। ਅਤੇ ਉਹਨਾਂ ਕੈਂਪਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਕਿ ਕੈਂਪ ਉਹ ਜੰਗਲ ਵਗੈਰਾ 'ਚ ਹੁੰਦੇ, ਦੂਰ ਟਾਊਨਸ ਤੋਂ, ਅਤੇ ਉੱਥੇ ਨਾਈਟ ਟਾਈਮ ਪੂਰੀ ਮਾਨਣ ਜੋਗੀ ਹੁੰਦੀ, ਕਿਉਂਕਿ ਜੰਗਲ ਵੇਲੇ ਤੁਸੀਂ ਬੈਠੇ ਹੋ, ਤੁਸੀਂ ਪੂਰਾ ਹਨੇਰਾ ਮਾਣਦੇ। ਮਤਲਬ ਬੱਚਿਆਂ ਨੇ ਜਾ ਕੇ ਅਮੇਜ਼ਡ ਹੋ ਜਾਣਾ ਤਾਰੇ ਵੇਖ ਕੇ ਅਸਮਾਨ 'ਤੇ। ਓ ਮਾਈ ਗੁੱਡਨੈਸ, ਦੇਰ ਆਰ ਸੋ ਮੈਨੀ ਸਟਾਰਸ ਇਨ ਦਾ ਸਕਾਈ। ਕਿਉਂ? ਕਿਉਂਕਿ ਸ਼ਹਿਰ 'ਚ ਕਦੀ ਵੇਖੇ ਹੀ ਨਹੀਂ, ਇੰਨੀ ਰੌਸ਼ਨੀ ਹੈ ਕਿ ਹਨੇਰਾ ਹੀ ਨਹੀਂ ਵੇਖਿਆ। ਹਨੇਰਾ ਹੁੰਦਾ ਕਿ ਹਨੇਰੇ ਦੇ ਉਹਨਾਂ ਨੂੰ ਪਤਾ ਨਾ ਰਿਹਾ। ਅਤੇ ਸਾਡੇ ਨਾਲ ਕਈ ਵਾਰ ਕਹਿਣਾ ਵੀ ਹੈਵ ਯੂ ਐਵਰ ਸੀਨ ਦੀ ਸਟਾਰਸ। ਮੈਂ ਕਿਹਾ ਜੇ ਤਾਰੇ ਵਹਿੰਦੇ ਵਹਿੰਦੇ ਵੱਡੇ ਹੋਏ ਆ। ਮੋਸਟਲੀ ਸਮਰ ਟਾਈਮ ਦੇ ਆਪ ਨੂੰ ਪਤਾ ਹੋਣਾ, ਜੇ 20-25 ਸਾਲ ਹੀ ਪਿੱਛੇ ਤੁਰ ਜਾਈਏ ਅਤੇ ਮੈਨੂੰ ਯਾਦ ਹੈ ਸਾਡੇ ਬਚਪਨ ਦੇ ਟਾਈਮ 'ਤੇ ਬਿਜਲੀ ਇੱਕ ਦਿਨ ਆਉਂਦੀ ਹੁੰਦੀ ਸੀ, ਇੱਕ ਦਿਨ ਬਿਲਕੁਲ ਨਹੀਂ ਸੀ ਹੁੰਦੀ। ਕੰਪਲੀਟ ਇੱਕ ਰਾਤ ਸਮਰ ਦੇ ਝੋਨੇ ਲੱਗਦੇ ਹੁੰਦੇ, ਇੱਕ ਰਾਤ ਬਿਲਕੁਲ ਨਹੀਂ ਸੀ ਆਉਂਦੀ। ਉਸ ਦਿਨ ਕੋਠੇ 'ਤੇ ਮੰਜੇ ਡਾਹ ਕੇ ਲੋਕ ਮੋਸਟਲੀ ਸੌਂਦੇ ਹੁੰਦੇ ਸੀ ਅਤੇ ਅਸੀਂ ਛੋਟੇ ਛੋਟੇ ਹੁੰਦੇ ਅਤੇ ਉਹਦੇ ਬਾਅਦ ਸਾਰੀ ਰਾਤ ਤਾਰੇ ਵੇਖ ਕੇ ਗੁਜ਼ਾਰਾ ਹੁੰਦਾ ਸੀ। ਹੋਰ ਤਾਂ ਕੋਈ ਰੌਸ਼ਨੀ ਤਾਂ ਕਿਤੇ ਹੈ ਹੀ ਨਹੀਂ ਸੀਗੀ, ਇਸ ਰੂਪ ਵਿੱਚ ਸੀਗਾ। ਪਰ ਹਾਂ, ਇਹ ਹੈ ਕਿ ਸਮਾਂ ਬਦਲ ਗਿਆ। ਹਨੇਰੇ ਨੂੰ ਲੋਕ ਹੁਣ ਤਰਸਦੇ ਵੇਖਣ ਨੂੰ, ਰੌਸ਼ਨੀ ਇੰਨੀ ਹੋ ਗਈ। ਅਦਰਵਾਈਜ਼ ਟ੍ਰੈਡੀਸ਼ਨਲ ਵੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਆਮ ਕਰਕੇ ਦੀਵੇ ਬਾਲਣ ਜੋਗਾ ਤੇਲ ਨਹੀਂ ਸੀ ਹੁੰਦਾ। ਗੁਰਬਤ ਗਰੀਬੀ ਬਹੁਤ ਹੁੰਦੀ ਸੀ। ਫਸਲਾਂ ਅੱਜ ਦੀ ਤਰ੍ਹਾਂ ਇਸ ਰੂਪ ਵਿੱਚ ਨਹੀਂ ਸੀ ਹੁੰਦੀਆਂ। ਸਾਇੰਟੀਫਿਕਲੀ ਚੀਜ਼ਾਂ ਬਦਲ ਗਈਆਂ, ਮਸ਼ੀਨੀਕਰਨ ਹੋ ਗਿਆ, ਸਾਰਾ ਕੁਝ ਹੋ ਗਿਆ। ਅਦਰਵਾਈਜ਼ ਦੋ ਹੀ ਢੰਗ ਸੀਗੇ,
ਕੈਰੋਸਿਨ ਤੇ ਬਹੁਤ ਲੇਟ ਰੀਸੈਂਟਲੀ ਗੱਲ ਹੈ ਕੈਰੋਸਿਨ ਆਇਲ ਆ ਜਾਣਾ। ਅਦਰਵਾਈਜ਼ ਜਿਹੜਾ ਤਿਲਹਣੀ ਤੇਲ ਹੁੰਦਾ ਆ, ਸਰੋਂ ਦਾ, ਤਿਲਾਂ ਦਾ, ਇਹੋ ਜਿਹੇ ਤੇਲ ਲੋਕੀ ਯੂਜ਼ ਕਰਦੇ ਸੀ, ਜਾਂ ਫਿਰ ਘਿਓ ਸੀਗਾ। ਇਹੀ ਬਾਲ ਕੇ ਦੀਵਾ ਜਿਹੜਾ ਬਾਲਿਆ ਜਾਂਦਾ ਸੀਗਾ। ਲੋਕਾਂ ਦੇ ਕੋਲ ਦੀਵੇ ਬਾਲਣ ਜੋਗਾ ਤੇਲ ਮੁਯੱਸਰ ਨਹੀਂ ਸੀ ਹੁੰਦਾ। ਘਰ ਦੇ ਵਿੱਚ ਦੀਵਾ ਬਾਲਣਾ, ਤੇ ਦੀਵਾ ਵੀ ਜਿਹਨੂੰ ਕਹਿੰਦੇ ਦੇਹਲੀ ਦੀਪਕ, ਜਿੱਥੋਂ ਅਲੰਕਾਰ ਬਣਿਆ ਹੈ ਭਾਸ਼ਾ ਦੇ ਵਿੱਚ, ਵੀ ਇੱਕ ਦੀਵਾ ਬਾਲ ਕੇ ਦਹਲੀਜ਼ ਤੇ ਰੱਖ ਦੇਣਾ, ਉਹਦੀ ਰੌਸ਼ਨੀ ਵਿਹੜੇ 'ਚ ਵੀ ਹੋਏ ਤੇ ਕਮਰੇ ਵਿੱਚ ਵੀ ਹੋਏ, ਇਸ ਤਰੀਕੇ ਨਾਲ ਹੁੰਦਾ। ਇੱਕ ਦੀਵੇ ਦੇ ਅੰਦਰ 2 ਬੱਤੀਆਂ ਪਾ ਕੇ 2 ਮੂੰਹਾਂ ਵਾਲਾ, ਇੱਕ ਪਾਸੇ ਇੱਕ ਦੂਜੇ ਪਾਸੇ ਦੀਵਾ ਬਾਲਣਾ, ਕਹਿਣਾ ਲੈ ਇਹਨਾਂ ਤੇ 2 ਬੱਤੀਆਂ ਵਾਲਾ ਦੀਵਾ ਬਾਲਿਆ, ਦੇਖੋ ਕਿੰਨੀ ਜ਼ਿਆਦਾ ਰੌਸ਼ਨੀ ਹੋਏਗੀ। ਅੱਛਾ, ਜੇ ਕਿਤੇ 2 ਤੋਂ ਵੱਧ ਹੋ ਜਾਣ ਤੇ ਜੋ ਕਵੀ ਜੀ ਨੇ ਜ਼ਿਕਰ ਕੀਤਾ, ਅਸ਼ਟ ਦੀਪ ਦੀਪਕ ਗ੍ਰਹਿ ਜਾਨੋ, ਇਸ ਤਰ੍ਹਾਂ ਜਾਣੋ ਕਿ ਜਿਵੇਂ ਕੋਈ 8 ਬੱਤੀਆਂ ਵਾਲਾ ਦੀਵਾ ਬਾਲ ਦਿੱਤਾ ਹੋਏ। 8 ਬੱਤੀਆਂ ਵਾਲਾ ਦੀਵਾ ਕਹਿੰਦੇ ਜਿਹੜਾ ਬੜੀ ਰੌਸ਼ਨੀ ਕਰੇਗਾ। ਮਤਲਬ ਇੱਕ ਤਰੀਕੇ ਨਾਲ ਕਹਿ ਲਓ ਕਿ ਅੱਜ ਦੇ ਹਿਸਾਬ ਦੇ ਨਾਲ ਕੋਈ ਮਰਕਰੀ ਜਿਹੜਾ ਟਿਊਬ ਜਗਾ ਦਿੱਤੀ, ਇੰਨੀ ਜ਼ਿਆਦਾ ਰੌਸ਼ਨੀ। ਪਰ ਹੁਣ ਜਿਹਦਾ ਪ੍ਰਕਾਸ਼ ਧਰਤੀ ਤੇ ਹੋਇਆ, ਗੁਰੂ ਨਾਨਕ ਮਹਾਰਾਜ ਇਕਬਾਲ ਉਸ ਵਰੇਸ ਦੇ ਰੂਪ ਦੇ ਵਿੱਚ ਕਿਆ ਅਸ਼ਟ ਦੀਪ ਦੀਪਕ ਗ੍ਰਹਿ ਜਾਨੋ, ਛਬ ਘਟ ਗਈ ਬਾਲ ਰਵ ਮਾਨੋ। ਤੁਸੀਂ ਕਹਿੰਦੇ 8 ਦੀਵਿਆਂ ਵਾਲੇ, ਬੱਤੀ ਵਾਲੇ ਉਹ ਲੈਂਪ ਨੂੰ ਤੇ ਛੱਡੋ ਇੱਕ ਪਾਸੇ, ਹਾਲਤ ਇਹ ਬਣੀ ਪਈ ਹੈ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਉਸ ਘਰ ਦੇ ਵਿੱਚ, ਕਮਰੇ 'ਚ, ਉਸ ਗ੍ਰਹਿ ਵਿੱਚ ਪ੍ਰਵੇਸ਼, ਉਹਨਾਂ ਦੇ ਪ੍ਰਕਾਸ਼ ਹੋਣ ਦੇ ਨਾਲ, ਉਹਨਾਂ ਦੇ ਜਨਮ ਦੇ ਨਾਲ ਜਿਹੜਾ ਸੂਰਜ ਆ ਨਾ, ਉਹ ਵੀ ਬਾਲ ਦੇ ਵੱਤ ਲੱਗ ਰਿਹਾ। ਸੂਰਜ ਦੀ ਰੌਸ਼ਨੀ ਵੀ ਸ਼ਾਇਦ ਛੋਟੀ ਹੋ ਜਾਏ, ਮੇਨ ਗੁਰੂ ਨਾਨਕ ਸਾਹਿਬ ਦੀ ਰੌਸ਼ਨੀ ਐਸੀ ਹੈ। ਹੁਣ ਇਹਦੇ 'ਚ ਸਿਰਫ ਫਿਜ਼ੀਕਲ ਉਸ ਇੱਕ ਸਟਰਕਚਰ ਦੀ ਗੱਲ ਨਾ ਸਮਝੋ, ਇਹਨੂੰ ਤੁਸੀਂ ਦਾਰਸ਼ਨਿਕ ਲੈਵਲ ਤੇ ਲੈ ਆਓ। ਉਹਦੇ ਅਸੀਂ ਗੁਰਬਾਣੀ ਦਾ ਸ਼ਬਦ ਪੜ੍ਹਦੇ ਹਾਂ, ਜੇ 100 ਚੰਦਾ ਉਗਵੈ ਸੂਰਜ ਚੜ੍ਹੇ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਮਹਾਰਾਜ ਬਿਆਨ ਕਰਦੇ, ਸੱਚ ਇਹ ਹੈ ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ। ਗੁਰੂ ਪਤਾ ਕੀ ਹੈ? ਗੁਰੂ ਦਾਤਾ ਹੈ, ਗਿਵਰ ਹੈ, ਦਹਿੰਦ ਹੈ, ਬਖਸ਼ਣ ਵਾਲਾ ਹੈ। ਗੁਰ ਦਾਤਾ ਗੁਰ ਹਿਵੈ ਘਰ, ਹਿਵੈ ਘਰ ਕਹਿੰਦੇ ਨੇ ਬਰਫ਼ ਦੇ ਘਰ ਨੂੰ, ਠੰਡ ਦਾ, ਸ਼ੀਤਲਤਾ ਪਾਉਣ ਵਾਲਾ ਹੈ। ਤੇ ਸਭ ਤੋਂ ਵੱਡੀ ਗੱਲ ਇਹ ਹੈ, ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ। ਗੁਰੂ ਤਿੰਨਾਂ ਭਵਨਾਂ ਦਾ ਦੀਵਾ ਹੈ। ਗੁਰੂ ਸ਼ਬਦ ਹੀ ਆਪਣੇ ਆਪ ਵਿੱਚ ਗ੍ਰਹਿ ਧਾਤ ਤੋਂ ਬਣਿਆ, ਜਿਹਦਾ ਮਤਲਬ ਹੁੰਦਾ ਆ ਹਨੇਰੇ ਨੂੰ ਖਾ ਜਾਣ ਵਾਲਾ। ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਹਨੇਰਾ ਬਹਿਰੂਨੀ ਅੱਖ ਨਾਲ ਦਿਖਣ ਵਾਲਾ ਹਨੇਰਾ ਨਹੀਂਗਾ। ਸਭ ਤੋਂ ਵੱਡਾ ਹਨੇਰਾ ਬੰਦੇ ਦੇ ਅੰਦਰ ਅਨਪੜ੍ਹਤਾ, ਅਮੂੜਤਾ, ਅਗਿਆਨਤਾ ਦਾ ਹੈ। ਜਦੋਂ ਗੁਰੂ ਦੀਵਾ ਰੌਸ਼ਨ ਹੁੰਦਾ ਹੈ, ਬੰਦਾ ਅਗਿਆਨ ਤੋਂ ਆਜ਼ਾਦ ਹੋ ਜਾਂਦਾ ਹੈ। ਜਿਹਨੂੰ ਅਸੀਂ ਇੱਕ ਦਿਨ ਖਾਸ ਕਰਕੇ ਬੰਦੀ ਛੋੜ ਦੇ ਦਿਵਸ ਦੇ ਸਮੇਂ ਥੋੜ੍ਹਾ ਜਿਹਾ ਵਿਚਾਰਨ ਦੀ ਕੋਸ਼ਿਸ਼ ਕੀਤੀ ਨਾ, ਵੀ ਜਿਹੜਾ ਹੈ ਫੂਟੋ ਆਂਡਾ ਭਰਮ ਕਾ ਮਨੇ ਕੀਆ ਪ੍ਰਗਾਸ, ਮਨ ਵਿੱਚ ਪ੍ਰਕਾਸ਼ ਨਾ ਹੋ ਗਈ, ਕਿਉਂ ਕਾਟੀ ਬੇੜੀ ਪਗਹਿ ਤੇ ਗੁਰ ਕੀਨੀ ਬੰਦ ਖਲਾਸ। ਗੁਰੂ ਬੰਦ ਖਲਾਸੀਆਂ ਕਰ ਦਿੰਦਾ, ਗੁਰੂ ਬੰਧਨਾਂ ਨੂੰ ਤੋੜ ਦਿੰਦਾ, ਤੇ ਉਹ ਬੰਧਨ ਵਿਜ਼ੀਬਲ ਨਹੀਂ ਹੁੰਦੇ ਮੋਸਟਲੀ। ਉਸ ਦਿਨ ਆਪਾਂ ਥੋੜ੍ਹੀ ਜਿਹੀ ਬਾਤ ਕੀਤੀ, ਇਨਵਿਜ਼ੀਬਲ। ਸਭ ਤੋਂ ਵੱਡਾ ਇਨਵਿਜ਼ੀਬਲ ਬੰਧਨ ਜਿਹੜਾ ਆ ਅਗਿਆਨਤਾ ਦਾ, ਅਮੂੜਤਾ ਦਾ। ਸੋ ਖੈਰ, ਇਸ ਤਰੀਕੇ ਦੀ ਬਾਤ ਨੂੰ ਇੱਕ ਬਿੰਬ ਦੇ ਰੂਪ ਵਿੱਚ ਕਵੀ ਜੀ ਸੁਰਜੀਤ ਕਰਦੇ ਇੱਥੇ, ਕਹਿੰਦੇ ਅਸ਼ਟ ਦੀਪ ਦੀਪਕ ਗ੍ਰਹਿ ਜਾਨੋ, ਛਬ ਘਟ ਗਈ ਬਾਲ ਰਵ ਮਾਨੋ। ਇੰਜ ਕਹਿ ਲਓ, ਇਸ ਬੱਚੇ ਦੀ ਆਮਦ ਦੇ ਨਾਲ ਸੂਰਜ ਦੀ ਰੌਸ਼ਨੀ ਵੀ ਉਹ ਬੜੀ ਛੋਟੀ ਹੋ ਗਈ। ਇਤਨਾ ਰੌਸ਼ਨ ਕਰਨ ਵਾਲੀ ਜਿਹੜੀ ਹੈ ਉਹ ਹਸਤੀ ਧਰਤੀ ਤੇ ਆਮਦ ਲੈ ਰਹੀ ਹੈ ਜੀ। ਦਿਪਤ ਤੇਜ ਜਿਹ ਕਾਂਤ ਅਨੂਪਾ, ਬਿਸਮੈ ਧਾਏ ਹੀਰ ਜਿਸ ਰੂਪਾ। ਸੱਚਾਈ ਇਹ ਹੈ ਕਿ ਦੀਪਕ ਤੇਜ ਜਿਹ ਕਾਂਤ ਅਨੂਪਾ, ਅਨੁਪਮ ਸੁੰਦਰਤਾ ਦਾ ਤੇਜ ਪ੍ਰਕਾਸ਼ ਕਰ ਰਿਹਾ ਹੈ। ਅਨੂਪਾ ਮੀਨ ਅਨੁਪਮ, ਜਿਹਨੂੰ ਉਪਮਾ ਨਾ ਦਿੱਤੀ ਜਾ ਸਕੇ। ਉਪਮਾ ਕਹਿੰਦੇ ਕਿਸੇ ਚੀਜ਼ ਨੂੰ ਐਗਜ਼ਾਮਪਲ ਦੇ ਦੇਣੀ, ਕਿਸੇ ਚੀਜ਼ ਨੂੰ ਮਿਸਾਲੀ ਰੂਪ ਵਿੱਚ ਪ੍ਰੈਜ਼ੈਂਟ ਕਰ ਦੇਣਾ। ਧਰਤੀ ਤੇ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿਨ੍ਹਾਂ ਦੀ ਮਿਸਾਲ ਨਹੀਂ ਦਿੱਤੀ ਜਾ ਸਕਦੀ। ਜਿਵੇਂ ਸਪੋਜ਼ ਕਰੋ ਕਿਸੇ ਦਾ ਮੁੱਖ ਬਹੁਤ ਸੋਹਣਾ ਹੋਏ, ਅਸੀਂ ਕੀ ਕਹਿੰਦੇ ਆ? ਚੰਨ ਵਰਗਾ ਮੁੱਖ ਹੈ, ਇਹਦਾ ਚੰਦਰਮੁਖੀ ਹੈ, ਠੀਕ। ਅੱਛਾ, ਜੇ ਚੰਦਰਮਾ ਦੀ ਸੁੰਦਰਤਾ ਨੂੰ ਤਸ਼ਬੀਹ ਦੇਣੀ ਹੈ ਤਾਂ ਉਹ ਕਿਹਦੇ ਨਾਲ ਦਿਓਗੇ ਜੀ? ਅਨੁਪਮ। ਤੇ ਜਿੰਨੇ ਇਹੋ ਜਿਹੇ ਚੰਦਰਮਾ ਸਾਜੇ ਨੇ, ਇਹੋ ਜਿਹੇ ਸੂਰਜ ਸਾਜੇ ਨੇ, ਹੈ ਨਾ, ਉਸ ਰੂਪ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਕਿ ਨਮੋ ਅੰਧਕਾਰੇ ਨਮੋ ਤੇਜ ਤੇਜੇ। ਜਿਹੜਾ ਤੇਜ ਦਾ ਵੀ ਤੇਜ ਹੈ, ਪ੍ਰਕਾਸ਼ ਦਾ ਵੀ ਪ੍ਰਕਾਸ਼ ਹੈ, ਉਹਦੀ ਕੀ ਉਪਮਾ ਕਰੋਗੇ ਜੀ? ਸੋ ਕਵੀ ਜੀ ਬਿਆਨ ਕਰਦੇ, ਅਨੁਪਮ ਸੁੰਦਰਤਾ ਦਾ ਤੇਜ ਪ੍ਰਕਾਸ਼ ਉਸ ਰੂਪ ਵਿੱਚ ਹੋ ਰਿਹਾ ਹੈ। ਤੇ ਬਿਸਮੈ ਧਾਏ ਹੇਰ ਜਿਸ ਰੂਪਾ, ਜਿਸ ਦਾ ਸੁੰਦਰ ਰੂਪ ਦੇਖ ਕੇ ਬੰਦੇ ਨੂੰ ਵਿਸਮਾਦ ਹੋ ਜਾਏਗਾ।
ਬੰਦਾ ਅਮੇਜ਼ਡ ਕਰ ਦੇਗਾ, ਜਿਹਨੂੰ ਕਹਿੰਦੇ ਆ ਅਵਾਕ ਹੋ ਜਾਣਾ, ਮਤਲਬ ਜਿਹਨੂੰ ਕਹਿੰਦੇ ਜਿਹੜਾ ਹੈ ਜਾਹ ਡ੍ਰੌਪ ਕਰ ਜਾਣੀ ਉਸ ਰੂਪ ਵਿੱਚ, ਬੰਦੇ ਦਾ ਮੂੰਹ ਟੱਡਿਆ ਰਹਿ ਜਾਣਾ, ਬੰਦੇ ਨੂੰ ਪਤਾ ਲੱਗਣਾ ਕੀ ਕਹਾਂ ਮੈਂ, ਲਫ਼ਜ਼ ਕੀ ਕਵਾਂਗੇ ਇਹਦੇ ਉੱਤੇ। ਸੋ ਇਹੋ ਜਿਹੀ ਹਾਲਤ ਹੋਈ ਧੰਨ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਸਮੇਂ। ਜੋ ਦਾਈ ਜਾਂ ਹੋਰ ਆਲੇ ਦੁਆਲੇ ਦੇ ਲੋਕ ਨੇ ਉਹ ਕਹਿ ਰਹੇ ਨੇ ਇਸ ਬਾਲਕ ਬਾਰੇ, ਇਸ ਹਸਤੀ ਬਾਰੇ ਅਸੀਂ ਕੀ ਕਹੀਏ ਜੀ। ਜਨਮਤ ਮਿਰਦਲ ਬਾਲ ਮੁਸਕਾਈ, ਸਗਨ ਕੁਸਗਨ ਨਾ ਜਾਣਿਓ ਜਾਈ। ਜ਼ਿਆਦਾਤਰ ਅਸੀਂ ਸਾਰੇ ਮਨੁੱਖ ਹਾਂ ਤੇ ਅਸੀਂ ਹਰ ਚੀਜ਼ ਨੂੰ, ਹਰ ਘਟਨਾ ਨੂੰ ਫਟਾਫਟ ਅਸੀਂ ਉਹਦੇ ਉੱਤੇ ਆਪਣਾ ਜਜਮੈਂਟ ਪੇਸ਼ ਕਰਦੇ ਨੇ, ਆਪਣਾ ਵਰਡਿਕਟ, ਆਪਣਾ ਫੈਸਲਾ ਸੁਣਾ ਦਿੰਦੇ ਹਾਂ। ਕੋਈ ਵੀ ਚੀਜ਼ ਹੋਏ ਧਰਤੀ ਤੇ, ਕੋਈ ਕੁਝ ਵਾਪਰ ਰਿਹਾ, ਤੁਸੀਂ ਉਹਦੇ ਤੇ ਕੋਈ ਨਾ ਕੋਈ ਗੱਲ ਟਿੱਪਣੀ ਕਰ ਦਿਓਗੇ, ਚੰਗੀ ਮਾੜੀ ਜਿਵੇਂ ਦੀ ਤੁਹਾਨੂੰ ਆਭਾਸ ਹੋਈ। ਸਪੋਜ਼ ਕਰੋ ਤੁਸੀਂ ਕਮਰੇ 'ਚ ਆਏ, ਹਨੇਰਾ ਆ, ਤੁਸੀਂ ਤਾਂ ਕਹਿੰਦੇ ਨਾ ਬੜਾ ਹਨੇਰਾ ਆ, ਜੇ ਬੜੀ ਰੌਸ਼ਨੀ ਹੈ ਬੜੀ ਰੌਸ਼ਨੀ, ਮਤਲਬ ਕੁਛ ਨਾ ਕੁਛ ਤੁਸੀਂ ਯੂ ਕੈਨ ਸੇ ਸਮਥਿੰਗ। ਅਸੀਂ ਸਾਡੀ ਫਿਤਰਤ ਆ, ਅਸੀਂ ਜੇ ਕੋਈ ਘਟਨਾ ਇਹੋ ਜਿਹੀ ਵਾਪਰੇ, ਕੋਈ ਸਪੋਜ਼ ਕਰੋ ਹੁਣ ਕਿਸੇ ਬਾਲ ਦਾ ਜਨਮ ਹੋਇਆ ਤੇ ਉਹਦੇ ਉੱਤੇ ਆਮ ਕਰਕੇ ਇਸਤਰੀਆਂ ਕੋਈ ਨਾ ਕੋਈ ਬਾਤ ਕਰਨਗੀਆਂ, ਕੋਈ ਸ਼ਗਨਾਂ ਦੀ ਗੱਲ ਕਰੇਗੀ, ਕੋਈ ਕਹੇ ਆਪ ਸ਼ਗਨੀ ਨਾ ਹੋ ਜਾਏ, ਕੁਛ ਨਾ ਕੁਛ ਹੋਏਗਾ। ਪਰ ਇਹ ਪਹਿਲਾ ਬਾਲਕ ਐਸਾ ਆਇਆ ਹੈ ਕਿ ਸ਼ਗਨ ਕੁਸ਼ਗਨ ਨਾ ਜਾਣਿਓ ਜਾਈ। ਕਿਸੇ ਨੂੰ ਸਮਝ ਨਹੀਂ ਆ ਰਹੀ ਵੀ ਇਹਦੇ ਤੇ ਕਿਹੜੇ ਸ਼ਗਨ ਕਿਹੜੇ ਕੁਸ਼ਗਨ ਦੀ ਗੱਲ ਕੀਤੀ ਜਾਏ। ਵਾਕ ਹੀ ਕੋਈ ਨਹੀਂ ਕਿਸੇ ਕੋਲ, ਲਫ਼ਜ਼ ਹੀ ਕੋਈ ਨਹੀਂ। ਹਾਲਤ ਇਹ ਹੈ ਜਨਮਤ ਮ੍ਰਿਦੁਲ ਬਾਲ ਮੁਸਕਾਈ। ਪਹਿਲੀ ਵਾਰੀ ਦਾਈਆਂ ਨੇ ਮਹਿਸੂਸ ਕੀਤਾ ਕੋਈ ਬਾਲਕ ਆਇਆ ਆ ਤੇ ਉਹ ਜਨਮ ਜਾਤ ਹੀ ਮੁਸਕਰਾ ਰਿਹਾ ਹੈ। ਅਦਰਵਾਈਜ਼ ਚਲੋ ਬਾਈ ਚਾਂਸ ਬਾਤ ਹੋਈ ਆਪ ਦੀ ਅਸੀਸ ਸਦਕਾ, ਇੱਕ ਤੇ ਕੈਨੇਡਾ ਵਰਗੇ ਮੁਲਕ 'ਚ ਰਹਿ ਰਹੇ ਹਾਂ ਅਸੀਂ, ਦੂਸਰਾ ਕੁਝ ਪੜ੍ਹਨ ਲਿਖਣ ਦਾ ਇਸ ਕਿਸਮ ਦਾ ਮੌਕਾ ਬਣ ਗਿਆ ਇੱਥੇ, ਕੁਝ ਇਹੋ ਜਿਹੇ ਪ੍ਰੋਫੈਸ਼ਨਲਸ ਲੋਕਾਂ ਦੀ ਸੰਗਤ ਮਿਲ ਗਈ। ਸੋ ਬੜਾ ਵੈਰਾਈਟੀਫੁਲ ਵੇ ਦੇ ਨਾਲ ਜਿਹੜਾ ਤਜਰਬਾ ਜੀਵਨ ਦਾ ਪੜ੍ਹਾਈ ਲਿਖਾਈ ਬਾਰੇ ਇੱਥੇ ਪ੍ਰਾਪਤ ਹੋਇਆ। ਉਹਦੇ ਨਾਲ ਮੈਂਟਲ ਹੈਲਥ 'ਚ ਚਲੇ ਗਏ, ਉਸ ਪਾਸੇ ਕਾਉਂਸਲਿੰਗ ਵਾਲੀ ਜੋਬ ਵਿੱਚ ਲੱਗ ਗਏ। ਸੋ ਹੋਰ ਜ਼ਿਆਦਾ ਇਸ ਤਰ੍ਹਾਂ ਜਾਣੋ ਕਿ ਜਿਵੇਂ ਸਪੋਜ਼ ਕਰੋ ਹਿਊਮਨ ਸਾਈਕੀ ਹੈ, ਖਾਸ ਕਰਕੇ ਜਦੋਂ ਅਸੀਂ ਬੱਚੇ ਦੀ ਸਾਈਕੀ ਦੀ ਗੱਲ ਕਰਦੇ ਹਾਂ ਤੇ ਬੇਬੀ ਕੁਦਰਤ ਨੇ ਨਿਜ਼ਾਮ ਬਣਾਇਆ ਇਹਦਾ। ਬੱਚੇ ਦਾ ਤੁਸੀਂ ਦੇਖੋਗੇ ਆਮ ਕਰਕੇ ਜਿਹੜੇ ਲੋਕ, ਮਾਵਾਂ ਵੀ ਬਜ਼ੁਰਗ ਵੀ ਸਭ ਜਾਣਦੇ ਇਹਦੇ ਬਾਰੇ, ਬਜ਼ੁਰਗ ਮਾਈਆਂ, ਜਦੋਂ ਬੱਚੇ ਦਾ ਜਨਮ ਹੋਣਾ ਹੁੰਦਾ ਕੁਝ ਸਮਾਂ ਪਹਿਲਾਂ ਬੱਚਾ ਬਿਲਕੁਲ ਕੁਆਇਟ ਹੋ ਜਾਂਦਾ, ਵੂਮ ਦੇ ਵਿੱਚ ਹੀ ਬਿਲਕੁਲ ਕੁਆਇਟ। ਉੱਥੋਂ ਆਈਡੀਆ ਲੱਗ ਜਾਂਦਾ ਵੀ ਹੁਣੇ ਬਿਲਕੁਲ, ਉਹਦਾ ਕਾਰਨ ਕੀ, ਕਹਿੰਦੇ ਸਾਰੀ એનર્ਜੀ ਗ੍ਰੈਬ ਕਰ ਰਿਹਾ ਹੈ। ਫਿਰ ਦੂਸਰੇ ਨੰਬਰ ਤੇ ਉਹਦੇ ਅੰਦਰ ਸਟ੍ਰੈਸ ਆ ਰਿਹਾ, ਉਹ ਸਟ੍ਰੈਸਡ ਆਊਟ ਹੋ ਜਾਂਦਾ। ਜਦੋਂ ਬੱਚੇ ਦਾ ਜਨਮ ਹੁੰਦਾ ਉਹਦੀ ਜਿਹੜੀ ਹਾਲਤ ਹੈ ਕਹਿੰਦੇ ਬੜੀ ਸਟ੍ਰੈਸਡ ਹੁੰਦੀ ਹੈ, ਇਸੇ ਕਰਕੇ ਉਹਦੇ 'ਚ ਰੁਦਨ ਬਹੁਤ ਜ਼ਿਆਦਾ ਹੁੰਦਾ, ਬੜਾ ਰੋਂਦਾ ਹੈ ਉਹ, ਇਸ ਰੂਪ ਵਿੱਚ ਬਾਤ ਆਉਂਦੀ। ਪਰ ਹਾਂ ਕਹਿੰਦੇ ਧੰਨ ਗੁਰੂ ਨਾਨਕ ਮਹਾਰਾਜ ਦੇ ਬਾਬਤ ਕਵੀ ਜੀ ਬਿਆਨ ਕਰਦੇ, ਕਹਿੰਦੇ ਦਾਈਆਂ ਹੈਰਾਨ ਨੇ, ਬੱਚਿਆਂ ਨੂੰ ਜਨਮ ਲੈਂਦਿਆਂ ਦੇਖਿਆ ਆ, ਬੜੇ ਸਟ੍ਰੈਸਡ ਹੁੰਦੇ ਨੇ, ਰੋਣ ਕੁਰਲਾਣ ਦੀ ਅਵਸਥਾ ਹੁੰਦੀ ਹੈ। ਪਰ ਇਸ ਬਾਰੇ ਦੇਖਿਆ ਹੈ ਕਿ ਜਨਮਤ ਮ੍ਰਿਦੁਲ ਬਾਲ ਮੁਸਕਾਈ, ਇਹ ਮੁਸਕਰਾਹਟਾਂ ਖਿਲਾਰਦਾ ਹੋਇਆ ਕਿਹੋ ਜਿਹਾ ਬਾਲ ਧਰਤੀ ਤੇ ਆ ਰਿਹਾ ਹੈ ਜੀ। ਅਨੰਤ ਬਾਲ ਜਨਮਤ ਸਭ ਰੋਤੇ, ਬਿਗਸਤ ਇਹ ਜਿਵ ਆਨੰਦ ਹੋਤੇ। ਕਮਾਲ ਇਹ ਹੈ ਦਾਈ ਇਹ ਅਹਿਸਾਸ ਕਰ ਰਹੀ ਹੈ ਵੀ ਬੜੇ, ਇੱਕ ਕੋਈ ਬੱਚਾ ਅਨੰਤ ਬਾਲ ਜਨਮਤ ਸਭ ਰੋਤੇ, ਅਨੇਕਾਂ ਬੱਚਿਆਂ ਦਾ ਜਨਮ ਇਹਨਾਂ ਹੱਥਾਂ 'ਚ ਹੋਇਆ, ਇਹਨਾਂ ਅੱਖਾਂ ਨੇ ਤੱਕਿਆ, ਸਭ ਰੋਂਦੇ, ਸਭ ਕੁਰਲਾਉਂਦੇ। ਇਹ ਵੀ ਮੰਨਿਆ ਜਾਂਦਾ ਕਿ ਬੱਚਾ ਬਾਲ ਜਿਸ ਵਕਤ ਪੈਦਾਇਸ਼ ਵਿੱਚ ਆਉਂਦਾ, ਪੈਦਾਇਸ਼ ਦੇ ਨਾਲ ਬੱਚੇ ਦਾ ਰੋਣਾ ਲਾਜ਼ਮੀ ਮੰਨਿਆ ਜਾਂਦਾ। ਜੇ ਉਹ ਨਹੀਂ ਰੋਂਦਾ ਤਾਂ ਉਹਨੂੰ ਡਾਕਟਰ ਜਾਂ ਦਾਈ ਮਾਰ ਕੇ ਰਵਾਉਂਦੇ, ਉਹਨੂੰ ਇਸ ਤਰੀਕੇ ਪੁੱਠਾ ਫੜ ਕੇ ਉਹਦੇ ਜਿਹੜਾ ਹੈਗਾ ਬੰਮ ਦੇ ਉੱਤੇ ਇਸ ਤਰੀਕੇ ਦੇ ਨਾਲ ਉਹ ਜਿਹੜਾ ਥਾਪੜਦੇ ਉਹਨੂੰ, ਤਾਂ ਕਿ ਇਹ ਰੋਏ, ਕਿਉਂਕਿ ਰੋਣ ਦੇ ਨਾਲ ਕਹਿੰਦੇ ਉਹਦੀ ਜ਼ਿੰਦਗੀ ਦਾ ਪਤਾ ਲੱਗਦਾ ਉਹ ਜੀਵੰਤ ਹੈ ਕਿ ਨਹੀਂ ਜੀਵੰਤ। ਪਰ ਇੱਥੇ ਤੇ ਹੋਰ ਦਸ਼ਾ ਬਣ ਗਈ ਹੈ ਕਿ ਅਨੰਤ ਬਾਲ ਜਨਮਤ ਸਭ ਰੋਤੇ, ਅਨੇਕਾਂ ਬਾਲ ਜਨਮ ਸਮੇਂ ਰੋਂਦੇ, ਬਿਗਸਤ ਇਹ ਜਿਵੇਂ ਆਨੰਦ ਹੋਤੇ। ਇਹ ਬੱਚਾ ਕਮਾਲ ਦਾ ਆ, ਇੰਜ ਵਿਗਸ ਰਿਹਾ, ਇੰਜ ਖੁਸ਼ ਹੈ ਜਿਵੇਂ ਆਨੰਦਤ ਅਵਸਥਾ ਦੇ ਵਿੱਚ, ਜਿਵੇਂ ਬਿਲਕੁਲ ਇਹਦੇ ਅੰਦਰ ਇੱਕ ਅਜੀਬ ਤਰ੍ਹਾਂ ਦੀ ਅਲਾਹੀ ਖੁਸ਼ੀ ਇਹਦੇ ਅੰਦਰ ਅਮਾਈ ਹੋਈ ਹੈ ਜੀ। ਅਲਪ ਬੁੱਧ ਕਿਉਂ ਧਾਏ ਲਖਾਹੀ, ਜਨਮ ਮਰਨ ਇਸ ਪੀਰਾ ਨਾਹੀ। ਕਵੀ ਜੀ ਕਹਿੰਦੇ ਕਿ ਅਲਪ ਬੁੱਧ ਕਿਉਂ ਧਾਏ ਲਖਾਈ, ਇਹ ਦਾਈ ਵਿਚਾਰੀ ਅਲਪ ਬੁੱਧੀ ਵਾਲੀ ਹੈ। ਅਸੀਂ ਸਾਰੇ ਅਲਪ ਬੁੱਧੀ ਜੀਵ ਹਾਂ ਜੋ ਧਰਤੀ ਤੇ ਰਹਿ ਰਹੇ ਹਾਂ। ਅਸੀਂ ਇੱਕ ਸਮੇਂ ਸਿਆਣੇ ਹੁੰਦੇ ਹਾਂ, ਦੂਜੇ ਸਮੇਂ ਕਮਲੇ ਹੋ ਜਾਂਦੇ ਹਾਂ, ਦੂਜੇ ਸਮੇਂ ਫਿਰ ਜਾ ਕੇ ਕਹਿੰਦੇ ਉਹ ਮੇਰੇ ਤੋਂ ਗਲਤੀ ਹੋ ਗਈ, ਕਿਉਂਕਿ ਅਲਪ ਬੁੱਧੀ ਹੈ ਨਾ, ਅਲਪ ਬੁੱਧੀ ਵਾਲਾ ਬੰਦਾ ਐਵੇਂ ਦਾ ਹੀ ਹੁੰਦਾ। ਸਾਡੀ ਜਿਹੜੀ ਸੰਸਾਰ ਦੇ ਉੱਤੇ
ਕਿਸੇ ਚੀਜ਼ ਬਾਰੇ ਅੰਡਰਸਟੈਂਡਿੰਗ ਉਹ ਵੀ ਐਵੇਂ ਦੀ ਹੁੰਦੀ ਹੈ। ਕਹਿੰਦੇ ਕਵੀ ਜੀ ਇਹਨੂੰ ਕੌਣ ਦੱਸੇ, ਅਲਪ ਬੁੱਧ ਕਿਉਂ ਧਾਏ ਲਿਖਾਈ, ਜਨਮ ਮਰਨ ਇਸ ਪੀਰਾ ਨਾਹੀ, ਕਿਆ ਜਨਮ ਮਰਨ ਦੂਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਇਹ ਤੇ ਤੋਂ ਆਜ਼ਾਦ ਨੇ, ਇਹ ਤੇ ਪਰਉਪਕਾਰਤਾ ਦੀ ਸੁਰਤ ਧਰਤੀ ਤੇ ਆਮਦ ਲਿਆ। ਜਨ ਆਵਨ ਕਾ ਇਹ ਸਵਾਉ, ਜਨ ਕੇ ਸੰਗ ਚਿਤ ਆਵੈ ਨਾਉ। ਇਹ ਜਨ ਉਹ ਹੈ ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹਨੂੰ ਨਮਸਕਾਰ ਹੈ, ਉਹਨੂੰ ਮੱਥਾ ਟੇਕਿਆ ਜਾਏ ਜਿਹੜਾ ਆਪ ਮੁਕਤ ਹੈ, ਜਿਹੜਾ ਜਨਮ ਜਾਤ ਹੀ ਬ੍ਰਹਮ ਰੂਪ ਹੋ ਕੇ ਆਇਆ। ਜਿਹਦੇ ਬਾਰੇ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ 'ਚ ਇਸ ਰੂਪ ਵਿੱਚ ਬਿਆਨ ਕੀਤਾ ਵੀ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ, ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਵਾ। ਸਾਰਾ ਹੀ ਹਨੇਰ ਜਿਹੜਾ ਹੈਗਾ ਉਹ ਇੱਕ ਰੂਪ ਵਿੱਚ ਖਤਮ ਹੋ ਗਿਆ। ਗੁਰੂ ਨਾਨਕ ਮਹਾਰਾਜ ਉਹ ਹਸਤੀ। ਕਵੀ ਜੀ ਕਹਿੰਦੇ ਹਿਦਾਇਤ ਨੂੰ ਕੌਣ ਦੱਸੇ, ਇਹ ਤੇ ਜਨਮ ਮਰਨ ਤੋਂ ਆਜ਼ਾਦ ਹੈ। ਕਿਸ ਰੋਣ ਦੀਆਂ ਬਾਤਾਂ ਕਰਦੀ ਹੈ, ਤੇ ਲੋਕਾਂ ਦੇ ਰੁਦਨ ਨੂੰ, ਉਹਨਾਂ ਨੂੰ ਹਸਾਉਣ ਵਾਸਤੇ, ਉਹਨਾਂ ਦੇ ਰੁਦਨ ਨੂੰ ਉਹਦਾ ਇਲਾਜ ਕਰਨ ਵਾਸਤੇ ਆ ਰਿਹਾ ਹੈ ਜੀ। ਦਾਸੀ ਦੌਰ ਦਈ ਸੁਧ ਕਾਲੂ, ਲੇਹੋ ਵਧਾਈ ਆਨੰਦ ਵਿਸਾਲੂ। ਦਾਸੀ ਨੇ ਦੌੜ ਕੇ, ਦਾਸੀ ਦੌਰ ਦਈ ਸੁਧ ਕਾਲੂ, ਬਾਬਾ ਕਾਲੂ ਬਾਬਾ ਕਲਿਆਣ ਦਾਸ ਜੀ ਨੂੰ ਜਾ ਕੇ ਸੁਧ ਦਿੱਤੀ ਕਿ ਤੁਹਾਡੇ ਘਰ ਦੇ ਵਿੱਚ ਲੇਹੋ ਵਧਾਈ ਆਨੰਦ ਵਿਸਾਲੂ, ਮੇਰੇ ਕੋਲੋਂ ਬਹੁਤ ਸਾਰੀ ਤੁਸੀਂ ਵਧਾਈ ਜਿਹੜੀ ਆ ਉਹ ਸਵੀਕਾਰੋ। ਇਹ ਸਾਡਾ ਆਮ ਸੱਭਿਆਚਾਰ ਆ। ਅਸੀਂ ਜਦੋਂ ਕਿਸੇ ਦੇ ਘਰ ਦੇ ਵਿੱਚ ਕੋਈ ਬੱਚੇ ਦੀ ਆਮਦ ਹੁੰਦੀ, ਅਸੀਂ ਅੱਗੇ ਵੱਧ ਕੇ ਅਗਲੇ ਨੂੰ ਚਾਅ ਦੇ ਨਾਲ ਕਹਿੰਦੇ ਵੀ ਤੁਹਾਨੂੰ ਬਹੁਤ ਸਾਰੀ ਵਧਾਈ ਹੋਏ, ਮੇਰੀ ਵਧਾਈ ਸਵੀਕਾਰ ਕਰੋ ਤੁਸੀਂ। ਸੋ ਐਗਜ਼ੈਕਟਲੀ ਇਨ ਬਿਨ ਦਾਸੀ ਨੇ ਜਾ ਕੇ ਬਾਬਾ ਕਾਲੂ ਜੀ ਨੂੰ ਮੁਬਾਰਕਬਾਦ, ਵਧਾਈ ਦਾ ਸੰਦੇਸ਼ ਦੇਣਾ ਕੀਤਾ ਜੀ। ਕਾਂਤੇ ਮਾਨ ਭਾਤਾਤ ਤੁਮਾਰੇ, ਮੰਗਲ ਕਰੋ ਵਿਵਿਧ ਪ੍ਰਕਾਰੇ। ਤੁਹਾਡੇ ਘਰ ਦੇ ਵਿੱਚ ਬੜਾ ਸੁੰਦਰ ਸੁਪੁੱਤਰ ਜਨਮਿਆ ਹੈ, ਸੋ ਫਰਜਿੰਦ ਦੀ ਆਮਦ ਹੋਈ ਹੈ ਤੁਹਾਡੇ ਘਰ ਦੇ। ਤੁਹਾਡਾ ਲਖਤੇ ਜ਼ਿਗਰ, ਤੁਹਾਡਾ ਕੁਲ ਭੂਸ਼ਣ, ਤੁਹਾਡਾ ਸੁਪੁੱਤਰ ਜਿਹੜਾ ਉਹਦੀ ਆਮਦ, ਉਹਦਾ ਜਿਹੜਾ ਜਨਮ ਹੋਇਆ ਹੈ। ਮੰਗਲ ਕਰੋ ਵਿਵਿਧ ਪ੍ਰਕਾਰੇ, ਤੁਸੀਂ ਅਨੇਕਾਂ ਤਰ੍ਹਾਂ ਦੇ ਮੰਗਲ ਖੁਸ਼ੀਆਂ ਕਰੋ ਜੀ। ਜਿਵੇਂ ਕੋਈ ਆਪਣੇ ਕਹਿ ਲਓ ਕਿ ਘਰ ਦੇ ਵੱਡੇ ਮੈਂਬਰ ਨੂੰ ਜਾ ਕੇ ਕਹਿੰਦਾ ਜੀ ਖੁਸ਼ੀਆਂ ਮਨਾਈਆਂ ਜਾਣ, ਖੁਸ਼ੀਆਂ ਹੋਣ, ਸਾਰਿਆਂ ਨੂੰ ਖੁਸ਼ੀਆਂ ਮਨਾਈਏ। ਘਰ ਦੇ ਵਿੱਚ ਪੁੱਤਰ ਦਾ ਆਇਆ ਹੈ, ਪੁੱਤਰ ਦੀ ਆਮਦ ਹੋਈ ਹੈ ਜੀ। ਸੁਤ ਉਪਜਨ ਕੇ ਸੁਨ ਕਰ ਬੈਨਾ, ਮਨੋ ਜਗਤ ਸੁਖ ਪ੍ਰਾਪਤ ਐਨਾ। ਜਦੋਂ ਬਾਬਾ ਕਾਲੂ ਜੀ ਨੂੰ ਇਹ ਖਬਰ ਕੰਨਾਂ ਵਿੱਚ ਪਈ, ਸੁਤ ਉਪਜਨ ਕੇ ਸੁਨ ਕਰ ਬੈਨਾ, ਬੈਨਾ ਕਹਿੰਦੇ ਬੈਣ, ਬਚਨ ਬੋਲ। ਜਦੋਂ ਇਹ ਬਚਨ ਬਾਬਾ ਕਾਲੂ ਜੀ ਦੇ ਕੰਨਾਂ ਵਿੱਚ ਪਏ, ਤੇ ਬਚਨ ਕਾਹਦੇ ਸੀਗੇ ਜੀ? ਇਹ ਤੇ ਬਸ ਖੁਸ਼ੀ ਦੀ ਤਰੰਗ ਸੀਗੀ। ਕਿਆ ਸੁਤ ਉਪਜਨ ਕੇ ਸੁਨਕਰ ਬੈਨਾ, ਮਨਹੁ ਜਗਤ ਸੁਖ ਪ੍ਰਾਪਤ ਐਨਾ। ਇੰਜ ਜਾਣੋ ਕਿ ਅੱਜ ਤੱਕ ਜਿਹੜਾ ਮਨ ਵਿੱਚ ਕਦੇ ਚਾਹ ਨਹੀਂ ਪੈਦਾ ਹੋਇਆ, ਜੋ ਚਾਹ ਪੈਦਾ ਹੋ ਗਿਆ। ਖੁਸ਼ੀ ਦੀ ਇੰਤਹਾ ਅੰਦਰ ਜੀ ਬਿਲਕੁਲ ਜਿਹੜੀ ਚਨਕਾਰ ਛਿੜ ਗਈ, ਸੁਰਤ ਬਿਲਕੁਲ ਖੁਸ਼ਨੁਮਾ ਅਹਿਸਾਸਾਂ ਦੀ ਹਾਣੀ ਹੋ ਗਈ ਜੀ। ਜਨਮ ਜਨਮ ਰੰਕ ਜਿਉ ਸਦਨ ਸੰਤਾਨਾ, ਆਨ ਲੱਗਿਓ ਤਿਉ ਉਰ ਹਰ ਖਾਨਾ। ਜਿਹੜਾ ਉਰ ਹਰ ਖਾਨਾ ਹੈ, ਹਿਰਦੇ ਦੇ ਵਿੱਚ ਹਰਖ ਖੁਸ਼ੀ ਆਉਣੀ ਹੈ, ਉਸ ਖੁਸ਼ੀ ਨੂੰ ਕਿਵੇਂ ਬਿਆਨ ਕੀਤਾ ਜਾਏ? ਜਨਮ ਰੰਕ ਜਿਉ ਸਦਨ ਸੰਤਾਨਾ, ਜਿਵੇਂ ਨਾ ਕਈ ਜਨਮਾਂ ਦੇ ਗਰੀਬ ਨੂੰ, ਰੰਕ ਨੂੰ ਉਹਦੇ ਵਿਹੜੇ 'ਚ ਲਿਆ ਕੇ ਕਿਸੇ ਨੇ ਪਾਰਜਾਤ ਜਾਂ ਕਲਪ ਵ੍ਰਿਕਸ਼ ਲੁਕ ਲਾ ਦਿੱਤਾ। ਮਤਲਬ ਇਹ ਇੱਕ ਐਸਾ ਬਿਰਖ ਲਾ ਦਿੱਤਾ ਜਿਹਦੇ ਕੋਲੋਂ ਜੋ ਚਾਹਾਂ ਉਹ ਹਾਜ਼ਰ, ਉਹ ਮਿਲ ਜਾਏ। ਮੀਨ ਕੋਈ ਪਾਰਸ, ਕੋਈ ਬਹੁਤ ਵੱਡੀ ਪ੍ਰਾਪਤੀ ਹੋ ਗਈ ਜਨਮਾਂ ਦੇ ਰੰਕ ਨੂੰ, ਜਿਹੜਾ ਅੱਜ ਤੱਕ ਤੜਪ ਰਿਹਾ ਸੀਗਾ ਗੁਰਬਤ ਗਰੀਬੀ ਦੇ ਵਿੱਚ, ਉਹਨੂੰ ਸਭ ਤੋਂ ਵੱਡਾ ਖਜ਼ਾਨਾ ਮਿਲ ਗਿਆ। ਇਸ ਤਰੀਕੇ ਦੀ ਖੁਸ਼ੀ ਬਾਬਾ ਕਾਲੂ ਜੀ ਦੇ ਹਿਰਦੇ 'ਚ ਹੋਈ ਜੀ। ਚੌਪਈ ਜਸਪਦ ਜਾਏ ਕੀਨ ਇਸ਼ਨਾਨਾ, ਬਸਤਰ ਯੁੱਤ ਜਿਉ ਬੇਦ ਬਖਾਨਾ। ਬਸਤਰਨ ਯੁੱਤ ਜਿਉ ਬੇਦ ਬਖਾਨਾ। ਵੈਦਿਕ ਪ੍ਰਪਾਰਟੀ ਦੇ ਅੰਦਰ, ਜੋ ਪੁਰਾਣੀ ਟ੍ਰੈਡੀਸ਼ਨਲ ਵੈਦਿਕ ਪ੍ਰਪਾਰਟੀ ਰਹੀ, ਉਹਦੇ ਵਿੱਚ ਜਦੋਂ ਤੁਸੀਂ ਖਾਸ ਕਰਕੇ ਬੜੀ ਖੁਸ਼ੀ ਦੇ ਵਿੱਚ, ਤੇ ਜਦੋਂ ਬੱਚੇ ਦੀ ਆਮਦ ਹੁੰਦੀ ਘਰ ਵਿੱਚ, ਤੇ ਉਸ ਖੁਸ਼ੀ ਨੂੰ ਇਜ਼ਹਾਰ ਵਿੱਚ ਲੈ ਕੇ ਆਉਣਾ ਹੋਏ, ਤੇ ਫਿਰ ਜਿਵੇਂ ਬਸਤਰ ਪਾਏ ਨੇ ਐਜ਼ ਇਟ ਇਜ਼ ਜਾ ਕੇ ਐਵੇਂ ਪਾਣੀ ਵਿੱਚ ਵੜ ਜਾ, ਨਹਾ ਕੇ ਉਵੇਂ ਨਹਾ ਲੈਣਾ, ਇਹ ਮੰਨਿਆ ਜਾਂਦਾ। ਇਸ ਤਰੀਕੇ ਨਾਲ ਜਾਣੋ, ਨਾ ਮਾਤਰ ਬੇਨਤੀ ਕਰਦੇ ਹਾਂ, ਜਿਹੜੀਆਂ ਇਹ ਟ੍ਰੈਡੀਸ਼ਨਸ ਹੁੰਦੀਆਂ ਨੇ, ਇਹ ਸਾਰੇ ਦੀਆਂ ਸਾਰੀਆਂ
ਇਹਨਾਂ ਟ੍ਰੈਡੀਸ਼ਨਸ ਨੂੰ ਤੁਸੀਂ ਬੜੇ ਜੇ ਤੁਸੀਂ ਨਾਪੋ ਤੋਲੋ ਉਸ ਰੂਪ ਵਿੱਚ ਉਹਨਾਂ ਦਾ ਪੜਤਾਲ ਕਰੋ ਤੇ ਅਸੀਂ ਮੋਸਟਲੀ ਰਿਚੁਅਲ ਬਣਾ ਲੈਂਦੇ ਕਰਮਕਾਂਡ, ਵੀ ਜਿਵੇਂ ਕਰਮਕਾਂਡ ਆ। ਛੋਟੀ ਜਿਹੀ ਕਹਾਣੀ ਨੂੰ ਮੈਂ ਬਾਤ ਕਰਕੇ ਫਿਰ ਤੇ ਵਾਪਸ ਆ ਜਾਣਾ। ਮੈਂ ਕੁਝ ਅਰੇਬਿਕ ਲਿਟਰੇਚਰ 'ਚ ਪੜ੍ਹਿਆ ਕਿ ਉਹਨਾਂ ਦੇ ਵਿੱਚ ਆਮ ਕਰਕੇ ਨਾ, ਜਿਵੇਂ ਸਾਡੇ ਅਸੀਂ ਜਥੇਦਾਰ ਕਹਿੰਦੇ ਹਾਂ ਵੀ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਤੇ ਜਾਂ ਫਿਰ ਇਹ ਜਿਹੜੇ ਵੈਟੀਕਨ ਸਿਟੀ ਦਾ ਪੋਪ ਹੁੰਦਾ ਜਿਵੇਂ, ਮਤਲਬ ਉਹ ਉਸ ਨੂੰ ਉੱਥੇ ਮੰਨਿਆ ਜਾਂਦਾ। ਇਹਨਾਂ ਦੇ 'ਚ ਜਿਹੜੀ ਇਹ ਖਲੀਫਾ ਹੁੰਦਾ, ਖਲੀਫਾ ਉਸ ਤਰੀਕੇ ਨਾਲ ਵੱਡੇ ਅਹੁਦੇਦਾਰ, ਜਿਵੇਂ ਖਲੀਫੇ ਦੇ ਬਾਅਦ ਉਹ ਮਿਸਾਲੀ ਤੌਰ 'ਤੇ ਨਾਲ ਬਾਤ ਕੀਤੀ। ਇੱਕ ਉਹਨਾਂ ਨੇ ਖਲੀਫਾ ਜਿਹੜਾ ਆ ਉਸ ਨੂੰ ਉਸ ਤਰੀਕੇ ਨਾਲ ਸਪੋਜ਼ ਕਰੋ ਕਿ ਉਹਨੂੰ ਅਪੁਆਇੰਟ ਕਰਨਾ ਸੀਗਾ, ਅਤੇ ਅਪੁਆਇੰਟ ਕਰਨਾ ਸੀ ਖਲੀਫਾ। ਅਤੇ ਉਹ ਖਲੀਫਾ ਦੀ ਮੁਸ਼ਕਿਲ ਇਹ ਕਿ ਉਹ ਬਹੁਤ ਸਕਾਲਰ ਬੰਦਾ ਹੈ, ਬਹੁਤ ਵਧੀਆ ਬੰਦਾ ਹੈ, ਬਹੁਤ ਸਭ ਕੁਛ ਹੈ, ਪਰ ਉਸ ਨੇ ਇੱਕ ਪੈਟ ਰੱਖਿਆ ਬਿੱਲੀ। ਅਤੇ ਉਹ ਕਹਿੰਦਾ ਵੀ ਭਾਈ ਇਹਦੇ ਤੋਂ ਬਿਨਾਂ ਮੈਂ ਕਿਤੇ ਨਾ ਰਹਿ ਸਕਦਾ, ਨਾ ਮੈਂ, ਅਤੇ ਉਹਦੀ ਕੰਡੀਸ਼ਨ ਹੁੰਦੀ ਵੀ ਇਹਨੇ ਰਹਿਣਾ ਜਿਹੜਾ ਉਹਦੇ ਵਾਸਤੇ ਉਹ ਸ਼ਰਾਈਨ ਦਾ ਖਾਸ ਹਿੱਸਾ ਆ, ਉਹਦੇ ਵਿੱਚ ਉਸ ਨੇ ਜਾ ਕੇ ਆਪਣਾ ਰੈਜ਼ੀਡੈਂਟ ਰੱਖਣਾ, ਸਭ ਕੁਝ ਰੱਖਣਾ ਹੈ। ਅਤੇ ਉਹਨਾਂ ਕਿਹਾ ਵੀ ਫਿਰ ਕੀ ਕੀਤਾ ਜਾਏ? ਕਹਿੰਦੇ ਕੀਤਾ ਕੀ ਜਾਣਾ ਆ, ਕਿ ਗੱਲ ਇਹ ਹੈ ਕਿ ਉੱਥੇ ਤਾਂ ਅਲਾਓ ਨਹੀਂ ਕਿਸੇ ਹੋਰ ਜਾਨਵਰ ਨੂੰ, ਅਤੇ ਫਿਰ ਕੀ ਕੀਤਾ ਜਾਏ? ਉਹਨਾਂ ਨੇ ਜੀ ਉਹਦਾ ਲਾ ਬਦਲ ਦਿੱਤਾ। ਉਹ ਕਹਿੰਦਾ ਕੀ ਫਰਕ ਪੈਂਦਾ, ਲਾ ਬਦਲ ਦਿਓ, ਕਾਨੂੰਨ ਬਦਲਤਾ ਵੀ ਚਲੋ ਜੀ ਹੁਣ ਜਿਹੜਾ ਆ ਵੀ ਇਸ ਰੈਜ਼ੀਡੈਂਸ ਵਿੱਚ ਉਹੀ ਰਹਿ ਸਕਦਾ, ਰਹਿਣ ਵਾਲੇ ਨੂੰ ਜਿਹੜਾ ਉਹ ਬਿੱਲੀ, ਕਾਨੂੰਨ ਹੈ ਨਾ ਮਤਲਬ ਬਿੱਲੀ ਬਿੱਲੀ ਰੱਖਣੀ ਲਾਜ਼ਮੀ ਕਰ ਦਿਓ, ਇਸ ਤਰੀਕੇ ਦਾ ਕਾਨੂੰਨ ਬਣਾ ਦਿੱਤਾ। ਚਲੋ ਜੀ ਹੁਣ ਜਿਹੜਾ ਖਲੀਫਾ ਬਣਦਾ ਉਹ ਉੱਥੇ ਬਿੱਲੀ ਰੱਖਦਾ, ਬਿੱਲੀ 1 2 4 ਮਤਲਬ ਕਈ ਵਾਰੀ 10 10 12 12 ਬਿੱਲੀਆਂ ਹੁੰਦੀਆਂ ਉੱਥੇ। ਚਲੋ ਜੀ ਠੀਕ ਹੈ, ਇਸ ਰੂਪ ਕਰਦਿਆਂ ਕਰਦਿਆਂ ਕੋਈ 100 200 ਸਾਲ 100 150 ਸਾਲ ਐਵੇਂ ਲੰਘ ਗਿਆ, ਅਤੇ ਫਿਰ ਇੱਕ ਹੋਰ ਸ਼ਖਸ ਅੱਜ ਉਹਨੂੰ ਖਲੀਫਾ ਬਣਾਉਣਾ ਹੈ, ਪਰ ਉਹਦੀ ਪ੍ਰੋਬਲਮ ਇਹ ਹੈ ਕਿ ਉਹਨੂੰ ਬਿੱਲੀਆਂ ਤੋਂ ਐਲਰਜੀ ਹੈ। ਉਹ ਕਹਿੰਦੇ ਬਹੁਤ ਵੱਡਾ ਸਕਾਲਰ ਆ, ਇਹਨੂੰ ਤਾਂ ਲਾਉਣਾ ਪੈਣਾ ਜ਼ਰੂਰ ਹਰ ਹਾਲ ਦੇ ਵਿੱਚ। ਕਹਿੰਦੇ ਕੀਤਾ ਕੀ ਜਾਏ? ਕਹਿੰਦੇ ਤਾਂ ਕੀ ਫਰਕ ਪੈਂਦਾ, ਕਾਨੂੰਨ ਬਦਲ ਦਿਓ। ਉਹ ਫਿਰ ਬਦਲ ਦਿੱਤਾ ਵੀ ਭਾਈ ਇਸ ਸ਼ਰਾਈਨ ਦੇ ਵਿੱਚ, ਇਸ ਰੈਜ਼ੀਡੈਂਸ ਦੇ ਵਿੱਚ ਕੋਈ ਜਾਨਵਰ ਨਹੀਂ ਰੱਖਿਆ ਜਾ ਸਕਦਾ। ਸੋ ਪਰੰਪਰਾਵਾਂ ਐਵੇਂ ਹੁੰਦੀਆਂ, ਟ੍ਰੈਡੀਸ਼ਨਸ ਜਿਹੜੀਆਂ ਨੇ ਇਹ ਲੋੜ ਅਤੇ ਕਾਢ ਦੇ ਵਿੱਚੋਂ ਨਿਕਲਦੀਆਂ, ਅਤੇ ਉਹਦੇ ਮੁਤਾਬਕ ਉਹਨਾਂ ਨੂੰ ਉਸ ਢੰਗ ਨਾਲ ਲੈ ਲਿਆ ਜਾਂਦਾ। ਇਹਦੇ ਪਿੱਛੇ ਜੇ ਤੁਸੀਂ ਇਮੋਸ਼ਨਸ ਨੂੰ ਦੇਖੋਗੇ, ਜਿਵੇਂ ਸਪੋਜ਼ ਕਰੋ ਸਣ ਬਸਤਰ ਜਾ ਕੇ ਨਹਾ ਲੈਣਾ, ਇਹ ਕਹਿੰਦੇ ਖੁਸ਼ੀ ਦਾ ਪ੍ਰਗਟਾਵਾ ਹੈ ਵੀ ਇਤਨਾ ਖੁਸ਼ ਵੀ ਮੈਨੂੰ ਨਾ ਕੱਪੜੇ ਲਾਉਣ ਦੇ ਦੇਰੀ ਲਾਉਣ ਦੇ ਵਿੱਚ ਵੀ, ਉਹਦੇ ਵਿੱਚ ਵੀ ਲੱਗਦਾ ਵੀ ਮੈਂ ਖੁਸ਼ੀ ਨੂੰ ਮਿਸ ਕਰ ਰਿਹਾ। ਸੋ ਮੈਂ ਇੰਨੀ ਵੀ ਖੁਸ਼ੀ ਨੂੰ ਮਿਸ ਨਾ ਕਰਾਂ, ਮੈਂ ਐਵੇਂ ਹੀ ਜਾ ਕੇ ਸਣ ਕੱਪੜੀ ਇਸ਼ਨਾਨ ਕਰ ਜਾਵਾਂ, ਇਸ ਤਰੀਕੇ ਦੀ ਪ੍ਰਵਿਰਤੀ। ਸੋ ਇਸ ਕਿਸਮ ਦੀ ਬਾਤ ਜਿਹੜੀ, ਇਹ ਹੁੰਦਾ ਇਹ ਹੈ ਕਿ ਅਸੀਂ ਸਾਰੇ ਸਮਾਜਿਕ ਤੌਰ 'ਤੇ ਇੱਕ ਦੂਜੇ ਨਾਲ ਜੁੜੇ ਹੋਏ ਲੋਕ ਹਾਂ। ਸਾਡੀ ਖੁਸ਼ੀ ਆਪਣੇ ਮਨ ਦੀ ਘੱਟ ਹੁੰਦੀ ਹੈ, ਲੋਕ ਮਨ ਦੀ ਜ਼ਿਆਦਾ ਹੁੰਦੀ ਹੈ। ਖੁਸ਼ੀ ਉਹੀ ਜਿਹੜੀ ਖੁਸ਼ੀ ਲੋਕਾਂ ਨੂੰ ਵਿਖਾ ਸਕਾਂ ਮੈਂ। ਮੇਰੇ ਮਨ ਦੀ ਖੁਸ਼ੀ ਮੈਨੂੰ ਇੰਨੀ ਨਹੀਂ ਭਾਪਦੀ, ਮੈਨੂੰ ਭਾਸਦੀ ਹੈ ਮੈਂ ਲੋਕਾਂ ਨੂੰ ਵਿਖਾਵਾਂ ਮੈਂ ਖੁਸ਼ ਹਾਂ। ਸਾਡੀ ਪੰਜਾਬੀ ਤਰਬੀਅਤ ਦੇ ਅੰਦਰ ਸਾਡਾ ਸਾਰਾ ਆਰ ਮਾਹੌਲ ਦੇਖੋ ਤੁਸੀਂ, ਆਪਾਂ ਛੋਟੀ ਜਿਹੀ ਕਮਿਊਨਿਟੀ ਹੈਗੇ ਆ, ਛੋਟੀ ਜਿਹੀ ਕਮਿਊਨਿਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਮਤਲਬ ਕਹਿ ਲਓ ਕਿ ਲੇਮੈਨ ਕਮਿਊਨਿਟੀ ਜਿਹੜੀ ਮੁਸ਼ੱਕਤ ਕਰਨ ਵਾਲੀ ਹੈ, ਕਿਰਤੀ ਸਮਾਜ ਵਿੱਚੋਂ ਅਸੀਂ ਆ ਰਹੇ ਹਾਂ, ਅਸੀਂ ਸਾਰੇ ਕੰਮਕਾਰ ਕਰਨ ਵਾਲੇ ਲੋਕ ਹਾਂ, ਮੁਸ਼ੱਕਤਾਂ ਕਰਕੇ ਆਪਣੇ ਆਪ ਨੂੰ ਉਸਾਰ ਰਹੇ ਹਾਂ। ਅੱਜ ਅਸੀਂ ਡਾਇਸਪੋਰਾ 'ਚ ਬੈਠੇ ਹਾਂ, ਮੋਸਟਲੀ ਸਾਡੀ ਫਸਟ ਜਨਰੇਸ਼ਨ ਕੰਮ ਕਰ ਰਹੀ, ਬਹੁਤ ਥੋੜ੍ਹੇ ਪਰਿਵਾਰਾਂ 'ਚ ਸੈਕਿੰਡ ਜਨਰੇਸ਼ਨ ਜਿਹੜੀ ਹੈ ਉਹ ਵਰਕ ਫੋਰਸ ਦੇ ਤੌਰ 'ਤੇ ਕੰਮ ਕਰਨ ਲੱਗੀ, ਅਦਰਵਾਈਜ਼ ਪਾਲ ਰਹੇ ਹਾਂ। ਸੋ ਇੰਨੀ ਮਿਹਨਤ ਮੁਸ਼ੱਕਤਾਂ ਕਰਕੇ, ਪਰ ਇਹ ਸਭ ਕਰਨ ਦੇ ਬਾਵਜੂਦ ਵੀ ਤੁਸੀਂ ਕਦੀ ਸਾਡੇ ਵਿਆਹ, ਸਾਡੇ ਪ੍ਰੋਗਰਾਮ ਦੇਖੋ ਤੁਸੀਂ ਕਿਵੇਂ ਲੋਕੀ ਪੈਸਾ ਉਡਾ ਰਹੇ ਨੇ ਇੰਤਹਾ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਲੋਕ ਕਹਿੰਦੇ ਵਿਖਾਵਾ, ਕਹਿਣਗੇ ਲੈ ਹੁਣ ਨਹੀਂ ਕਰਨਾ ਤੇ ਕਦੋਂ ਕਰਨਾ ਹੈ। ਲੋਕੀ ਕੀ ਕਹਿਣਗੇ ਵੀ ਖੁਸ਼ੀ ਨਹੀਂ ਮਨਾਈ ਇਹਨਾਂ। ਨਿਆਣੇ ਕੀ ਕਹਿਣਗੇ? ਨਿਆਣੇ ਕਹਿੰਦੇ ਵੀ ਅੱਛਾ ਤੁਸੀਂ ਖੁਸ਼ ਨਹੀਂ ਸਾਡੇ ਵਿਆਹ 'ਤੇ, ਕਿਉਂ ਨਹੀਂ ਖਰਚਾ ਕਰਦੇ? ਮੈਂ ਆਪਣੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਐਸੀਆਂ ਚੀਜ਼ਾਂ ਦੇਖੀਆਂ, ਇੰਨੀਆਂ ਮਿਹਨਤਾਂ ਮੁਸ਼ੱਕਤਾਂ ਕਰਨ ਵਾਲੇ ਲੋਕ ਨਿਆਣਿਆਂ ਦੇ ਝਾਸੇ 'ਚ ਆ ਕੇ ਮਤਲਬ ਵਿਆਹਾਂ 'ਤੇ 2-2 4-4 $500,000 ਐ ਹਵਾ 'ਚ ਉਡਾ ਦਿੱਤਾ। ਅਤੇ ਬਹੁਤੇ ਹਾਲਤਾਂ 'ਚ ਐਸਾ ਹੋਇਆ ਵਿਆਹ ਸਾਲ 2 ਸਾਲ ਵੀ ਨਹੀਂ ਕੱਢਿਆ। ਇਹ ਰਿਐਲਿਟੀ ਹੈ। ਅਤੇ ਸਾਰਾ ਕੁਛ ਕਿਉਂ? ਕਹਿੰਦੇ ਜੀ ਕੀ ਕਰਦੇ ਜੀ ਬੱਚੇ? ਕਹਿੰਦੇ ਤੁਸੀਂ ਖੁਸ਼ ਨਹੀਂ ਸੀ ਜੀ, ਖੁਸ਼ੀ ਦਾ ਇਜ਼ਹਾਰ। ਸੋ ਇਹ ਚੀਜ਼ਾਂ ਨੇ, ਇਹ ਸਮਾਜ ਵਿਖਾਵੇ ਦੇ ਅੰਦਰ ਜਦੋਂ ਪੈ ਜਾਏ ਉਹਨੂੰ ਇਹ ਚੀਜ਼ ਹੁੰਦੀ ਵੀ ਲੋਕ ਕੀ ਕਹਿਣਗੇ। ਇਸ ਢੰਗ ਨਾਲ ਹੁੰਦਾ। ਆਪ ਨੇ ਦੇਖਿਆ ਹੋਏਗਾ, ਘਰ ਵਿੱਚ ਬੱਚਾ ਪੈਦਾ ਹੋ ਗਿਆ, ਖੁਸ਼ ਹੋ ਤੁਸੀਂ, ਠੀਕ ਹੈ,
ਉਹਦੀ ਇਜ਼ਹਾਰੀਅਤ ਕਰਨ ਵਾਸਤੇ ਉਸ ਜ਼ਮਾਨੇ ਦੇ 'ਚ, ਅੱਜ ਤਾਂ ਚਲੋ ਵਕਤ ਬਦਲ ਗਿਆ ਨਾ, ਤੇਲ ਘਿਓ ਬੜਾ ਕੀਮਤੀ ਚੀਜ਼ ਮੰਨੀ ਜਾਂਦੀ। ਲੋਕੀ ਦੁੱਧ ਤੇ ਪੁੱਤ ਦੀ ਸਹੁੰ ਖਾਂਦੇ। ਦੁੱਧ ਦਾ ਸਾਰ ਤੱਤ ਘਿਓ ਹੈ, ਉਹਦੇ 'ਚੋਂ ਘਿਓ ਨਿਕਲਦਾ। ਲੋਕੀ ਪੁੱਤਰ ਔਲਾਦ ਦੀ ਪ੍ਰਾਪਤੀ ਤੋਂ ਬਾਅਦ ਆਪਣੇ ਘਰ ਦੀਆਂ ਦਹਲੀਜ਼ਾਂ ਤੇ ਘਿਓ ਡੋਲਦੇ, ਤੇਲ ਡੋਲਦੇ। ਲੋਕੀ ਆਪਣੇ ਈਵਨ ਟ੍ਰੈਡੀਸ਼ਨਸ ਦੇਖੋ, ਤੁਸੀਂ ਫੋਕਲੋਰ ਪੜ੍ਹ ਕੇ ਦੇਖੋ, ਮੈਂ ਫੋਕਲੋਰ ਦਾ ਵਿਦਿਆਰਥੀ ਰਿਹਾ ਵਾਂ, ਵੀ ਖਾਸ ਜਿਹੜਾ ਹੈਗਾ ਪਰਿਵਾਰ ਦੇ ਵਿੱਚ ਨੰਬਰ ਦੇ ਉੱਤੇ ਜੇ ਬੱਚਾ ਪੈਦਾ ਤੇ ਬੇਟਾ ਪੈਦਾ ਹੋ ਗਿਆ, ਜਿਹੜਾ ਪਾੜਛਾ ਹੁੰਦਾ ਨਾ ਘਰ ਦਾ, ਪਾੜਛੇ ਦੇ ਵਿੱਚ ਤੇਲ ਦਾ ਪੀਪਾ ਪਾ ਕੇ ਪਾੜਛਾ ਭਰ ਕੇ ਤੇਲ ਦਾ ਡੋਲਦੇ, ਵੀ ਸਾਨੂੰ ਖੁਸ਼ੀ ਬੜੀ ਹੋਈ ਹੈ। ਕਿਉਂ? ਕਿਉਂਕਿ ਸਾਡੇ ਪ੍ਰਣਾਲੇ 'ਚੋਂ ਤੇਲ, ਮਤਲਬ ਇੰਨੀ ਖੁਸ਼ੀ ਇਸ ਰੂਪ ਦੇ ਵਿੱਚ ਸਣ ਕੱਪਣੀ ਨਹਾਉਣਾ ਜਾ ਕੇ ਕਿਤੇ, ਇਹ ਸਾਰੇ ਦੀ ਸਾਰੀ ਉਸੇ ਢੰਗ ਦੀ ਤਰੀਕੇਕਾਰਤਾ ਵਿੱਚੋਂ ਆਉਂਦੀ ਹੈ। ਕਵੀ ਜੀ ਇਹਦੀ ਦੋ ਕਾਰਨ ਬਣ ਰਹੇ। ਇੱਕ ਕਾਰਨ ਤੇ ਇਹ ਬਣ ਰਿਹਾ ਕਿ ਕਵੀ ਜੀ ਇਹਨਾਂ ਪ੍ਰਭਾਵਾਂ ਦੇ ਅੰਦਰ ਜੀ ਰਹੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਸਾਰੀ ਤਾਲੀਮ, ਸਾਰਾ ਕੁਝ ਉਹ ਬੂੜੀਏ ਵਿੱਚ ਹੋਇਆ ਹੈ, ਜਮਨਾ ਘਾਟ ਦੇ ਕੰਢੇ, ਬ੍ਰਾਹਮਣੀ ਰਵੋ ਰਵਾਇਤਾਂ ਦੇ ਵਿੱਚ। ਦੂਸਰਾ, ਉਹ ਉਸ ਸਮੇਂ ਨੂੰ ਵੀ ਐਜ਼ ਇਟ ਇਜ਼ ਪੋਰਟਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਵਕਤ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ, ਜਨਮ ਹੁੰਦਾ। ਸੋ ਕਵੀ ਜੀ ਇੱਥੇ ਬਿਆਨ ਕਰਦੇ ਕਿ ਇਸ ਰੂਪ ਵਿੱਚ ਬਾਤ ਹੋਈ ਵੀ ਜਸਪਤ ਜਾਏ ਕੀਨ ਇਸ਼ਨਾਨਾ, ਐ ਜਸਪਤ ਰਾਈਟ ਵੇ ਐਜ਼ ਇਟ ਇਜ਼, ਜਾ ਕੇ ਬਾਬਾ ਕਾਲੂ ਜੀ ਨੇ ਪਾਣੀ 'ਚ ਚੁੱਭੀ ਲਾ ਦਿੱਤੀ। ਵਸਤਰਨ ਯੁੱਤ ਜਿਉਂ ਵੇਦ ਬਖਾਨਾ, ਜਿਵੇਂ ਵੇਦਾਂ 'ਚ ਲਿਖਿਆ ਵੀ ਵਸਤਰਾਂ ਸਮੇਤ ਜਾ ਕੇ ਇਸ਼ਨਾਨ ਕਰਦੇ। ਇੰਨੀ ਖੁਸ਼ੀ ਕੀਤੀ, ਵਸਤਰ ਵੀ ਨਹੀਂ ਲਾਏ, ਸਿੱਧਾ ਸਣ ਵਸਤਰਾਂ ਜਾ ਕੇ ਇਸ਼ਨਾਨ ਕਰ ਦਿੱਤਾ ਜੀ। ਔਰ ਪਰਮੇਸ਼ਰ ਕੋ ਧਰ ਧਿਆਨਾ, ਔਰ ਪਰਮੇਸ਼ਰ ਕੋ ਕਰ ਧਿਆਨਾ, ਬੰਧਨ ਕਰਹਿ ਬੰਦ ਜੁਗ ਪਾਨਾ। ਫਿਰ ਪਰਮੇਸ਼ਰ ਦਾ ਧਿਆਨ ਧਰਿਆ, ਉਸ ਵਾਹਿਗੁਰੂ ਕਰਤਾਰ ਦਾ, ਸਿਰਜਣਹਾਰ ਦਾ। ਬੰਧਨ ਕਰਹਿ ਬੰਦ ਜੁਗ ਪਾਨਾ, ਤੇ ਇਸ ਤਰ੍ਹਾਂ ਕਹਿ ਲਓ ਦੋਵੇਂ ਹੱਥ ਜੋੜ ਕੇ ਬੰਦਨਾ ਕਰਨ ਲੱਗੇ ਵੀ ਇਹ ਵਾਹਿਗੁਰੂ ਤੇਰਾ ਤਰਸ ਹੈ, ਤੂੰ ਨਵਾਜਿਆ ਸਾਨੂੰ ਸਾਡੇ ਘਰ, ਕਿਉਂਕਿ ਆਲਰੇਡੀ ਇੱਕ ਬੱਚੀ ਸੀ ਤੇ ਬੇਟੇ ਦੀ ਖਾਸ ਸੀ ਘਰ ਦੇ ਵਿੱਚ। ਇਹ ਵੀ ਚੀਜ਼ ਤੁਸੀਂ ਨਾਲ ਸੰਸਾਰਕ ਤੌਰ ਤੇ ਤੁਸੀਂ ਦੇਖਦੇ ਹੋ। ਫਿਰ ਬਾਪ ਦੇ ਤੌਰ ਤੇ ਖੁਸ਼ੀ ਦਾ ਇਜ਼ਹਾਰ ਆਪਣੇ ਆਪ ਵਿੱਚ ਕਰਦਿਆਂ ਹੋਇਆਂ ਕਿਹਾ, ਵਾਹਿਗੁਰੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ, ਤੁਸੀਂ ਮੇਰੇ ਗ੍ਰਹਿ ਵਿਖੇ ਮੇਰੇ ਕੋਲ ਇੱਕ ਬੱਚੇ ਦੀ, ਬੇਟੇ ਦੀ ਦਾਤ ਬਖਸ਼ੀ ਹੈ ਜੀ। ਇਹ ਬਿਦ ਜਨਮ ਭਇਓ ਜਗ ਗੁਰ ਕੋ, ਸੁਖ ਦੇਵਨ ਭਗਤਨ ਪੁਨ ਧਰ ਕੋ। ਇਸ ਤਰੀਕੇ ਦੇ ਨਾਲ ਜਗਤ ਗੁਰੂ ਗੁਰੂ ਨਾਨਕ ਮਹਾਰਾਜ ਜੀ ਦਾ, ਜਿਨ੍ਹਾਂ ਦੇ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਹੈ, ਜਾਹਰ ਪੀਰ ਜਗਤ ਗੁਰੂ ਬਾਬਾ, ਜਗਤੂਰ ਬਾਬਾ ਜੀ ਦਾ ਜਨਮ ਹੋਇਆ। ਇਹ ਬਿਦ ਜਨਮ ਭਇਓ ਜਗ ਗੁਰੂ ਕੋ, ਸੁਖ ਦੇਵਨ ਭਗਤਨ ਪੁਨ ਧਰ ਕੋ। ਧਰਤੀ ਦੇ ਸਮੁੱਚੇ ਭਗਤਾਂ ਨੂੰ, ਜਿਹੜੇ ਸੱਚ ਦੇ ਚਾਹਵਾਨ ਨੇ, ਸੱਚ ਦੇ ਭਗਤ ਨੇ, ਉਹਨਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਇਸ ਰੂਪ ਵਿੱਚ ਹੋਇਆ ਜੀ। ਆਗੇ ਜਿਉਂ ਜਿਉਂ ਭਇਓ ਉਸ਼ਾਹੂ, ਸੁਨੋ ਕਥਾ ਭਵ ਵੱਡ ਰੁਜ ਦਾਹੂ। ਅੱਗੇ ਜਿਵੇਂ ਜਿਵੇਂ ਸਾਰਾ ਪ੍ਰਸੰਗ ਚੱਲਦਾ ਹੈ, ਸਟੋਰੀ ਅਨਫੋਲਡ ਹੁੰਦੀ ਹੈ, ਉਸ ਸਾਰੇ ਦੀ ਬਾਤ ਹੁਣ ਮੈਂ ਤੁਹਾਡੇ ਸਾਹਮਣੇ ਬਿਆਨ ਕਰਦਾ। ਕਵੀ ਜੀ ਇਹ ਕਹਿ ਰਹੇ ਨੇ, ਸੱਚ ਇਹ ਹੈ, ਆਪਾਂ ਅੱਜ ਮੈਂ ਫਿਰ ਬੇਨਤੀ ਕਰਾਂ, ਕੈਨੇਡੀਅਨ এনवायरमेंट ਜਿੱਥੇ ਬੈਠ ਕੇ ਗੁਰੂ ਨਾਨਕ ਮਹਾਰਾਜ ਜੀ ਦੀ ਜੀਵਨ ਗਾਥਾ ਦਾ ਪ੍ਰਸੰਗ ਕਵੀ ਸੰਤੋਖ ਸਿੰਘ ਚੂੜਾਮਣੀ ਜੀ ਦੁਆਰਾ ਰਚਿਤ ਰਚਨਾ ਵਿੱਚੋਂ ਵਿਚਾਰ ਰਹੇ ਹਾਂ। ਜੋ ਇਹਨਾਂ ਨੇ ਬਾਤ ਕਹੀ ਹੈ, ਵਾਕਿਆ 'ਚ ਹੀ ਬਾਤ ਹੈ। ਤੁਸੀਂ ਜੇ ਕਿਤੇ ਬੜੇ ਬੜੇ ਸਕਾਲਰਸ ਲੋਕਾਂ ਨੂੰ ਪੜ੍ਹੋ, ਜਿਵੇਂ ਬਰਾੜ ਸ਼ਾਹ ਦੇ ਬੜੇ ਜਿਹੜੀਆਂ ਨੇ ਟਿੱਪਣੀਆਂ, ਕੌਮੈਂਟਸ ਪੜ੍ਹੇ ਜਾਂਦੇ ਨੇ, ਮਿਸ ਪਰਲ ਦੇ ਪੜ੍ਹੇ ਜਾਂਦੇ ਨੇ, ਜਿਹੜੀਆਂ ਹਸਤੀਆਂ ਹਾਈਲੀ ਮਤਲਬ ਸਤਕਾਰੀਆਂ ਗਈਆਂ ਨੇ ਲਿਟਰੇਚਰ ਦੀ ਦੁਨੀਆ ਦੇ ਵਿੱਚ, ਲਿਖਾਵਟ ਦੀ ਦੁਨੀਆ ਦੇ ਵਿੱਚ, ਜਿਨ੍ਹਾਂ ਨੇ ਮਾਨਵ ਪੱਖੀ ਚੀਜ਼ਾਂ ਰਚੀਆਂ ਨੇ, ਉਹਨਾਂ ਦਾ ਯਕ ਆਵਾਜ਼ ਹੋ ਕੇ ਇਹ ਕਹਿਣਾ ਕਿ ਧਰਤੀ ਤੇ ਜਿਸ ਦਿਨ ਕੋਈ ਵਾਕਿਆ 'ਚ ਹੀ ਸੱਚ ਦੇ ਤੇ ਸਹੀ ਧਰਮ ਤੇ ਚੱਲਣ ਦੀ ਬਾਤ ਹੋਏਗੀ, ਉਸ ਦਿਨ ਬਾਤ ਗੁਰੂ ਨਾਨਕ ਸਾਹਿਬ ਦੀ ਹੋਏਗੀ। ਕਿਉਂਕਿ ਨਰੋਲ ਇੱਕੋ ਚੀਜ਼ ਤੇ ਫੋਕਸ ਕੀਤਾ, ਇੰਟੀਗ੍ਰਿਟੀ, ਟਰੁਥਫੁਲਨੈਸ, ਸੱਚਿਆਰ। ਕਿਵ ਸੱਚਿਆਰਾ ਹੋ, ਸੱਚਿਆਰ ਹੋ ਬੰਦੇ। ਧਰਤੀ ਤੇ ਹੋਰ ਕੋਈ ਢੰਗ ਤਰੀਕਾ ਨਹੀਂ। ਮੈਂ ਲੜ ਰਿਹਾ ਮੱਥਾ ਕਿਵੇਂ ਟੇਕਣਾ ਹੈ, ਮੈਂ ਲੜ ਰਿਹਾ ਧਰਮ ਦਾ ਆਹ ਕਰਮ ਕਿਵੇਂ ਕਰਨਾ ਹੈ, ਆਹ ਰਿਚੁਅਲ ਕਿਵੇਂ ਕਰਨਾ, ਆਹੀ ਲੜਾਈ ਹੈ ਬੰਦਿਆਂ ਦੀ ਧਰਮ ਦੇ ਖੇਤਰ 'ਚ। ਬਾਬਾ ਜੀ ਨੇ ਕਿਹਾ ਸਾਰਿਆਂ ਤੋਂ ਬਾਹਰ ਆ। ਧਰਮ ਹੈ ਹੀ ਕਿਆ ਏਕੋ ਧਰਮ ਦ੍ਰਿੜ੍ਹ, ਸੱਚ ਕੋਈ ਬੰਦਾ ਧਰਤੀ ਤੇ ਸੱਚ ਨੂੰ ਦ੍ਰਿੜ ਕਰੇ, ਲਿਵਿੰਗ ਵਿਦ ਇੰਟੀਗ੍ਰਿਟੀ। ਜਿਹੜੀ ਇਹ ਚੀਜ਼ ਆ, ਇਸ ਨੂੰ ਕਦੀ ਨਹੀਂ ਛੱਡਣਾ, ਤਿਆਗਣਾ। ਮਨੁੱਖ ਜਿਤਨਾ ਜ਼ਿਆਦਾ ਕਹਿ ਲਓ ਕਿ ਆਪਣੀ ਜ਼ਹੀਨਤਾ ਦੇ ਅੰਦਰ, ਆਪਣੀ ਵਿਜ਼ਡਮ ਦੇ ਕਲੋਜ਼ ਬਾਏ ਹੋਏਗਾ, ਵਾਈਜ਼ ਹੋਏਗਾ, ਉਤਨਾ ਜ਼ਿਆਦਾ ਗੁਰੂ ਨਾਨਕ ਸਾਹਿਬ ਦੇ ਕੋਲ ਹੋਏਗਾ। ਕਿਉਂਕਿ ਗੁਰੂ ਨਾਨਕ ਸਾਹਿਬ
ਸਿਆਣਪ ਦਾ ਮੁਜੱਸਮ ਨੇ, ਬਲਦੀ ਹੋਈ ਦਗ ਦਗ ਬਲਦੀ ਹੋਈ ਸ਼ਮਾ ਹੈ ਧਰਤੀ ਦੇ ਉੱਤੇ। ਗੁਰੂ ਨਾਨਕ ਇਸੇ ਕਰਕੇ ਕਿਹਾ ਗਿਆ ਇਹ ਜਗਤ ਗੁਰੂ ਹੈ, ਜਗਤ ਕਲਿਆਣ ਹਿਤ। ਸਾਰੀ ਧਰਤੀ ਤੇ ਸਿਆਣਪ ਦਾ ਮੁਜੱਸਮ ਜਦੋਂ ਰੂਪ ਵਟਾਰਿਆ ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਆ ਉਹ ਇੱਕ ਹਸਤੀ ਦੇ ਰੂਪ ਦੇ ਵਿੱਚ ਆ ਰਿਹਾ। ਸੋ ਇਹ ਬਾਤ ਕਵੀ ਜੀ ਬਿਆਨ ਕਰਦੇ ਵੀ ਜਿਨ੍ਹਾਂ ਨੇ ਜਗਤ ਦੇ ਭਗਤਾਂ ਨੂੰ, ਤੇ ਭਗਤ ਬਰਾੜ ਸ਼ਾਹ ਵਰਗੇ ਲੋਕ ਵੀ ਹੈਗੇ ਨੇ ਜਿਨ੍ਹਾਂ ਨੇ ਕਿਹਾ ਵੀ ਹਾਂ ਇਹੀ ਅਸਲ 'ਚ ਇੱਕ ਐਸੀ ਚੀਜ਼ ਆ ਜਿਹੜੀ ਸਮੁੱਚੀ ਮਾਨਵਤਾ ਦਾ ਕਲਿਆਣ ਕਰ ਸਕਦੀ ਹੈ, ਮਾਨਵਤਾ ਨੂੰ ਡਿਵਾਈਨ ਲੈਵਲ ਤੇ, ਸਪਿਰਿਚੁਅਲ ਲੈਵਲ ਤੇ ਲੀਡ ਕਰ ਸਕਦੀ ਹੈ, ਗਾਈਡ ਕਰ ਸਕਦੀ ਹੈ ਸਹੀ ਡਾਇਰੈਕਸ਼ਨ ਦੇ ਵਿੱਚ। ਸੋ ਉਹ ਗਾਥਾ, ਉਹ ਕਹਾਣੀ, ਉਹ ਅਸੀਂ ਬਾਤ ਪਾ ਰਹੇ ਹਾਂ ਉਸ ਸਤਿਗੁਰੂ ਦੀ। ਸੋ ਉਹਨਾਂ ਸਤਿਗੁਰੂ ਦੀ ਬਾਤ ਕਵੀ ਜੀ ਬਿਆਨ ਕਰ ਰਹੇ ਨੇ ਜੀ। ਕਬਿਤ ਅੰਧ ਜੋ ਬਦਰ ਪਿੰਗ ਨਗਨ ਮਿਰਤਕ ਛੰਦ ਰੁਕਤ ਅਪਾਰਥ ਕੀ ਸਮਝ ਨ ਆਵਈ। ਕਵੀ ਜੀ ਨੇ ਹੁਣ ਕੁਝ ਆਪਣੇ ਵੱਲੋਂ ਇੱਕ ਬੇਨਤੀ ਰੂਪ ਦੇ ਵਿੱਚ ਇੱਕ ਕਵਿਤ ਲਿਖਿਆ ਹੈ। ਉਹ ਕਹਿੰਦੇ ਵੀ ਦੁਨੀਆ ਦੇ ਲੋਕੋ, ਮੈਨੂੰ ਆਪਣੀ ਕਵਿਤਾ ਵਿੱਚ ਪਏ ਹੋਏ ਦੋਸ਼ ਚੰਗੀ ਤਰ੍ਹਾਂ ਦਿਸ ਰਹੇ ਨੇ, ਜਿਵੇਂ ਕੋਈ ਅੰਨੀ ਬੋਲੀ ਪਿੰਗਲੀ ਮਰੀ ਹੋਈ ਰੂਹ ਉਸ ਰੂਪ ਵਿੱਚ ਹੋਏ, ਅਰਥਹੀਨ ਹੋਏ। ਮੇਰੀ ਕਵਿਤਾ ਇੰਨੀ ਕੀ ਜੋਗੀ ਹੈ। ਮੀਨ ਜਿਹੜੀ ਸ਼ਖਸੀਅਤ ਸਾਡੇ ਸਾਹਮਣੇ ਕਵਿਤਾ ਦੇ ਲਫ਼ਜ਼ ਇਸ ਰੂਪ ਵਿੱਚ ਪਰੋ ਰਹੀ ਹੈ, ਉਹ ਇਹ ਨਹੀਂ ਕਹਿ ਰਿਹਾ ਕਿ ਮੈਂ ਆਪਣੀ ਕਵਿਤਾ ਦਾ ਇਜ਼ਹਾਰ ਕਰਨ ਵਾਸਤੇ ਜਾਂ ਆਪਣੀ ਕਹਿ ਲਓ ਕਿ ਜਿਹੜਾ ਮੇਰਾ ਇੰਟੈਲੈਕਚੁਅਲ ਐਬਿਲਿਟੀ ਹੈ ਮੈਂ ਉਹਦੀ ਪ੍ਰੈਜੈਂਟੇਸ਼ਨ ਜਾਂ ਉਹਦੀ ਡੈਮੋਸਟ੍ਰੇਸ਼ਨ ਵਾਸਤੇ ਮੈਂ ਸਾਰਾ ਕੁਝ ਰਚ ਰਿਹਾ। ਕਹਿਣ ਲੱਗੇ ਮੇਰੀ ਕਵਿਤਾ 'ਚ ਇਤਨਾ ਦਮ ਨਹੀਂਗਾ, ਮੇਰੀ ਤੇ ਕਵਿਤਾ ਬਿਲਕੁਲ ਕਿਸੇ ਪੱਧਰ ਦੀ ਹੈ ਹੀ ਨਹੀਂ ਜੀ। ਵੈਰ ਦੇਸ ਕਾਲ ਗਨ ਅਗਨ ਨਵੋ ਹੀ ਰਸ ਬਿਵਥਾ ਲੰਕਾਨ ਹੂੰ ਕੋ ਭੇਦ ਨਹਿ ਪਾਵਈ। ਮੇਰੀ ਕਵਿਤਾ ਦੇ ਵਿੱਚੋਂ ਤੁਸੀਂ ਕੋਈ 9 ਰਸਾਂ ਦੀ ਬਾਤ ਲੱਭੋ, ਅਲੰਕਾਰ ਲੱਭੋ, ਇਹ ਸਾਰੀਆਂ ਚੀਜ਼ਾਂ ਨਾ ਲੱਭ ਸਕਣਗੀਆਂ। ਮੁਰਾਦ ਇਹ ਦੁਨੀਆ ਦੇ ਲੋਕੋ, ਮੇਰੀ ਇਸ ਕਵਿਤਾ ਨੂੰ, ਕਾਵ ਕਿਆਰਿਆਂ ਨੂੰ ਤੁਸੀਂ ਐਵੇਂ ਵਿਦਵਤਾ ਦੀ ਤਕੜੀ ਤੇ ਧਰ ਕੇ ਨਾ ਤੋਲਿਓ ਜੇ, ਕਿਉਂਕਿ ਹੋ ਸਕਦਾ ਮੇਰੀ ਕਵਿਤਾ ਵਿਦਵਤਾ ਦੇ ਪੱਖ ਤੋਂ ਇਸ ਤੁਹਾਡੀ ਤਕੜੀ ਤੇ ਰੱਖ ਕੇ ਇੱਕ ਪਾਸਕੂ ਵਜਨ ਵੀ ਨਾ ਰੱਖਦੀ ਹੋਏ ਜੀ। ਕੋ ਗੁਣ ਹੈ ਨਾ ਮੈਂ ਭਨਤ ਮਦ ਜਾਨੋ ਮਨ ਗੁਨੀਅਨ ਹਾਸ ਜੋਗ ਅਟਪਟੀ ਜਾਵਈ। ਹੋ ਸਕਦਾ ਆ ਗੁਣਵਾਨ ਲੋਕ ਮੇਰੀ ਕਵਿਤਾ ਨੂੰ ਉਸ ਰੂਪ ਵਿੱਚ ਐਨਾਲਿਟਿਕ ਵੇ ਨਾਲ ਵੇਖਣ, ਐਨਾਲਿਸਿਸ ਕਰਨ ਤੇ ਉਹਨਾਂ ਨੂੰ ਲੱਗੇ ਬੜੀ ਅਟਪਟੀ ਦੀਆਂ ਗੱਲਾਂ ਲਿਖੀਆਂ ਕਵੀ ਜੀ ਨੇ। ਹੋ ਸਕਦਾ ਉਹਨਾਂ ਨੂੰ ਹਾਸਾ ਆਵੇ ਵੀ ਐਵੇਂ ਦੀ ਵੀ ਕਵਿਤਾ ਹੁੰਦੀ, ਦੱਸੋ ਕੀ ਇਸ ਨੇ ਇਸ ਰੂਪ ਵਿੱਚ ਸਾਰੇ ਦੇ ਸਾਰੇ ਕਹਿ ਲਓ ਕਿ ਲਫ਼ਜ਼ਾਂ ਦਾ ਹੇਚ ਮੇਚ ਕੀਤਾ ਹੈ। ਸੋ ਮੇਰੀ ਕਵਿਤਾ ਇਸ ਪੱਖੋਂ ਕੋਈ ਗੁਣ ਨਹੀਂ ਰੱਖਦੀ ਜੀ। ਏਕ ਗੁਣ ਯਾਮੈ ਸੋ ਬਿਦਤ ਸੁਰਤ ਸੰਤ ਸੁਨੋ ਸਤਿਗੁਰੂ ਕੀਰਤ ਸੋ ਨਿਰਮਲ ਭਾਵਈ। ਹਾਂ, ਏਕ ਗੁਣ ਯਾਮੈ ਸੋ ਬਿਦਤ ਸੁਰਤ ਸੰਤ ਸੁਨੋ। ਹੇ ਸੰਤ ਜਨੋ, ਆਹ ਕੰਨ ਧਰ ਕੇ ਜ਼ਰੂਰ ਸੁਣਿਓ ਕਿ ਮੇਰੀ ਕਵਿਤਾ 'ਚ ਇੱਕ ਗੁਣ ਪੱਕਾ ਜੇ। ਉਹ ਕਿਹੜਾ ਗੁਣ ਪੱਕਾ ਜੀ? ਸਤਿਗੁਰੂ ਕੀਰਤ ਸੋ ਨਿਰਮਲ ਭਾਵਈ। ਸਤਿਗੁਰੂ ਦੀ ਕੀਰਤੀ ਤੁਹਾਨੂੰ ਬਿਲਕੁਲ ਨਿਰਮਲ ਮੈਲ ਰਹਿਤ ਮਿਲੇਗੀ। ਮੈਂ ਪੂਰੇ ਮਨ ਤੋਂ ਆਪਣੇ ਗੁਰੂ ਦੀ ਵਡਿਆਈ ਕੀਤੀ ਹੈ। ਸੋ ਗੁਰੂ ਦੀ ਵਡਿਆਈ ਸੁਣਨੀ ਹੈ ਫਿਰ ਮੇਰੀ ਕਵਿਤਾ ਸੁਣੋ। ਜੇ ਤੁਸੀਂ ਛੰਦ ਬੰਦ ਤੇ ਸਭ ਚੀਜ਼ਾਂ ਦੇਖਣੀਆਂ ਨੇ ਫਿਰ ਮੇਰੀ ਕਵਿਤਾ ਨਾ ਪੜ੍ਹਿਓ। ਹਾਂ, ਜਦੋਂ ਗੁਰੂ ਬਾਰੇ ਕੁਝ ਜਾਣਨਾ, ਗੁਰੂ ਦੀ ਸਤੁਤੀ ਜਾਣਨੀ ਹੈ ਫਿਰ ਮੇਰੀ ਕਵਿਤਾ ਪੜ੍ਹੋ, ਕਿਉਂਕਿ ਮੇਰੀ ਕਵਿਤਾ ਗੁਰੂ ਦੀ ਵਡਿਆਈ ਦੇ ਵਿੱਚ ਹੈ ਜੀ। ਦੋਹਰਾ ਨੋਰਾ ਸੁਰਸਰ ਬਕਰਗਤ ਗੁਨੀ ਨਾ ਔਗਨ ਜਾਨ। ਬੜੀ ਸੁੰਦਰ ਮਿਸਾਲ ਦਿੱਤੀ ਕਵੀ ਜੀ ਨੇ ਇਸ ਰੂਪ ਦੇ ਵਿੱਚ। ਮੈਂ ਛੋਟੀ ਜਿਹੀ ਬੇਨਤੀ ਕਰਾਂਗਾ, ਸਾਡੇ ਨਾ ਅੰਦਰ ਪੜ੍ਹਨ ਦੀ ਰੁਚੀ ਵੈਸੇ ਹੀ ਬਹੁਤ ਘੱਟ ਹੈ ਸਾਡੇ ਆਪਣੇ ਸਮਾਜ ਦੇ ਵਿੱਚ। ਤੇ ਜਿਸ ਵੈਸਟਰਨ ਵਰਲਡ 'ਚ ਆਏ ਆ ਇਹ ਤੇ ਸਾਰਾ ਖੜਾ ਹੀ ਤਾਲੀਮ ਤੇ ਸੀਗਾ, ਕਿਉਂਕਿ ਐਜੂਕੇਟਡ ਸੁਸਾਇਟੀ ਹੈ। ਅਨਫੋਰਚੂਨੇਟ ਪਾਰਟ ਇਹ ਹੋ ਗਿਆ ਕਿ ਇੱਥੇ ਆ ਡਿਵਾਈਸਿਸ ਆ ਗਏ ਸਾਰੇ, ਤੇ ਡਿਵਾਈਸਿਸ ਦੇ ਉੱਤੇ ਸਕਰੀਨ ਦੇ ਉੱਤੇ ਅੱਜ ਤੁਸੀਂ ਐਡਵਰਟਾਈਜ਼ਮੈਂਟ ਦੀ ਉਮਰ ਦੇਖੋ, ਐਡਵਰਟਾਈਜ਼ਮੈਂਟ ਦਾ ਤੁਸੀਂ ਜਿਹੜਾ ਹੈਗਾ ਟਾਈਮ ਸਪੈਨ ਦੇਖੋ ਕਿੰਨਾ ਹੈਗਾ ਆ। 2 ਮਿੰਟ ਤੋਂ 19 ਸੈਕਿੰਡ ਤੇ ਆ ਗਿਆ। ਹੁਣ ਐਲਗੋਰਿਦਮ ਦੇ ਉੱਤੇ ਪੂਰਾ ਜ਼ੋਰ ਲੱਗਾ ਪਿਆ ਹੈ ਕਿ 19 ਸੈਕਿੰਡ ਤੋਂ ਵੀ ਇਸ ਨੂੰ 14 ਸੈਕਿੰਡ ਤੇ ਕਰ ਦਿਓ। ਕਾਰਨ ਕੀ ਹੈ? ਕਿਉਂਕਿ ਸਾਡਾ ਅਟੈਂਸ਼ਨ ਸਪੈਨ ਇੰਨਾ ਕੁ ਰਹਿ ਗਿਆ ਬਸ। ਆਪ ਤੇ ਦੇਵਤਿਆਂ ਵਰਗੇ ਲੋਕ ਸਮਾਂ ਕੱਢ ਕੇ ਗੁਰੂ ਕੇ ਹਜ਼ੂਰ ਬੈਠੇ ਹੋ, ਅਦਰਵਾਈਜ਼ ਬੰਦਾ ਕਿੱਥੇ ਅਟੈਂਡ ਕਰ ਸਕਦਾ ਕਿਸੇ ਇਵੈਂਟ ਨੂੰ? ਇੰਨੀ ਕੁ ਟੈਨਸ਼ਨ ਹੈ। ਜਿਹੜੀਆਂ ਰੀਲਸ ਬਦਲ ਰਹੀਆਂ, ਲੋਕੀ ਲਗਾਤਾਰ ਫਲਿੱਪ ਕਰੀ ਜਾ ਰਹੇ ਨੇ, ਇਹ ਸਿਕਨੈਸ ਹੈ। ਇਹਦੇ ਨਾਲ ਤੁਹਾਡਾ ਅਟੈਂਸ਼ਨ ਸਪੈਨ ਹੋਰ ਲੋ ਹੋਈ ਜਾਣਾ। ਸਾਡੇ ਅੰਦਰ ਸਾਡਾ ਬ੍ਰੇਨ ਇੱਕ ਕੈਮੀਕਲ ਖਾਸ ਕਰਕੇ ਬ੍ਰੇਨ ਨੂੰ ਚਲਾਉਂਦਾ, ਜਿਹਨੂੰ ਸਭ ਤੋਂ ਵੱਡਾ ਕਲਪ੍ਰਿਟ ਮੰਨਿਆ ਜਾਂਦਾ, ਡੋਪਾਮਾਈਨ। ਇਹ ਡੋਪਾਮਾਈਨ ਜਿਹੜਾ ਆ ਇਹ ਰਿਲੀਜ਼ ਹੁੰਦਾ, ਪਰ ਇਹਦੇ ਰਿਲੀਜ਼ ਹੋਣ ਦਾ ਕੋਈ ਰੀਜ਼ਨ ਵੈਲਿਡ ਰੀਅਲ
ਅਤੇ ਜਿਹਨੂੰ ਜੈਨੂਅਨ ਕਹਿੰਦੇ ਉਹ ਹੋਣਾ ਚਾਹੀਦਾ ਆ। ਉਹ ਕਿਵੇਂ ਹੋ ਸਕਦਾ? ਜਿਵੇਂ ਸਪੋਜ਼ ਕਰੋ ਤੁਸੀਂ ਕੋਈ ਅਚੀਵ ਕੀਤੀ ਹੈ ਚੀਜ਼ ਕਿਸੇ ਸਪੋਰਟਸ ਵਿੱਚ, ਕਿਸੇ ਐਕੈਡੈਮਿਕ ਲੈਵਲ 'ਤੇ, ਕਿਸੇ ਕੰਮਕਾਰ ਦੇ ਵਿੱਚ, ਫਿਰ ਉਹ ਤੁਹਾਨੂੰ ਰਿਲੀਜ਼ ਹੋਏ ਤੁਹਾਨੂੰ ਸੈਟਿਸਫਾਈਡ ਕਰੇਗਾ, ਤੁਹਾਨੂੰ ਕੰਟੈਂਟ ਕਰੇਗਾ। ਅਤੇ ਜੇ ਤੁਸੀਂ ਰੀਅਲ ਦੀ ਥਾਂ 'ਤੇ ਰੀਲ ਵੇਖ ਕੇ ਉਹਨੂੰ ਥੋੜ੍ਹਾ ਥੋੜ੍ਹਾ ਉਹਦਾ ਪੋਰਿਆਂ ਉਸ ਰੂਪ ਵਿੱਚ ਮੰਨਣ ਲੱਗ ਗਏ, ਤੁਹਾਡੇ ਅੰਦਰ ਫਰਸਟ੍ਰੇਸ਼ਨ ਜਨਰੇਟ ਹੋਏਗੀ। ਮੈਂ ਐਡਿਕਸ਼ਨ 'ਚ ਕੰਮ ਕਰਦਾ ਲੰਬੇ ਸਮੇਂ ਤੋਂ, ਸਾਡਾ ਕਾਉਂਸਲਿੰਗ ਦਾ ਮੇਨ ਕੰਮ ਐਡਿਕਸ਼ਨ ਦੇ ਵਿੱਚ ਆ। ਸਾਡੇ ਹੁਣ ਸਭ ਤੋਂ ਵੱਡਾ ਜਿਹੜਾ ਗਰੋਇੰਗ ਬਿਜ਼ਨਸ ਹੈ ਰੀਹੈਬ ਦੇ ਵਿੱਚ, ਪ੍ਰਾਈਵੇਟ ਪਲੇਅਰਸ ਲਗਾਤਾਰ ਇਨਵੋਲਵ ਹੋ ਰਹੇ ਨੇ। ਸਭ ਤੋਂ ਵੱਡਾ ਜਿਹੜਾ ਗਰੋਇੰਗ ਬਿਜ਼ਨਸ ਹੋ ਰਿਹਾ ਰੀਹੈਬ ਦੇ ਵਿੱਚ, ਉਹ ਪਤਾ ਕਿਹੜਾ ਹੈ? ਸਕਰੀਨ ਫਾਸਟਿੰਗ। ਲੋਕਾਂ ਦੀ ਸਭ ਤੋਂ ਵੱਡੀ ਐਡਿਕਸ਼ਨ ਜਿਹੜੀ ਆ ਰਹੀ ਹੈ ਕੈਨੇਡਾ ਦੇ ਅੰਦਰ, ਮੈਰੂਆਨਾ ਤੋਂ ਬਾਅਦ, ਮੈਰੂਆਨਾ ਜੇ ਨੰਬਰ 1 'ਤੇ ਹੈ ਕਿਉਂਕਿ ਇਸ ਲੈਵਲ 'ਤੇ ਆ ਚੁੱਕਾ ਕਿ ਪੁੱਛੋ ਕੁਛ ਨਾ, ਸਬਸਟੈਂਸ ਅਬਿਊਜ਼ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਚੁੱਕਾ ਆ। ਅਤੇ ਉਸ ਤੋਂ ਬਾਅਦ ਜਿਹੜੀ ਸੈਕਿੰਡ ਸਭ ਤੋਂ ਵੱਡੀ ਡਿਮਾਂਡ ਆ ਰਹੀ ਹੈ ਉਹ ਸਕਰੀਨ ਜਿਹੜੀ ਹੈ ਉਹਦੀ ਰੀਹੈਬ ਵਾਸਤੇ। ਲੋਕ ਆਪ ਕਾਲ ਕਰਕੇ ਕਹਿੰਦੇ ਵੀ ਸਾਨੂੰ ਸਕਰੀਨ ਰੀਹੈਬ ਚਾਹੀਦਾ ਹੈ। ਮਤਲਬ ਇਹ ਕਿ ਉੱਥੇ ਤੇ ਹਾਲਤ ਇਹ ਬਣਦੀ ਜਿਵੇਂ ਕੋਕੇਨ ਦਾ ਐਡਿਕਟ ਬੰਦਾ, ਜਦੋਂ ਉਹਨੂੰ ਨਸ਼ਾ ਨਹੀਂ ਨਾ ਮਿਲਦਾ, ਉਹਨੂੰ ਸਬਸਟੈਂਸ ਨਹੀਂ ਮਿਲਦਾ, ਅਤੇ ਕੋਕੇਨ ਦੀ ਐਡਿਕਸ਼ਨ ਸਭ ਤੋਂ ਵਰਸ ਮੰਨੀ ਗਈ ਹੈ। ਮਤਲਬ ਜਿਹੜੀ ਸਾਡੀ ਸਕਰੀਨ ਹੁੰਦੀ ਹੈ ਨਾ, ਜਿਹੜੀ ਸਾਡੀ ਸਕਿਨ ਹੈਗੀ ਹੈ, ਸਕਿਨ ਦੇ ਥੱਲੇ ਜਿਵੇਂ ਸੱਪ ਚੱਲਦੇ ਐਵੇਂ ਚੱਲਦੇ। ਬੰਦੇ ਨੂੰ ਜਦੋਂ ਵਿਡਰੋਲਸ ਹੁੰਦੇ, ਬੰਦੇ ਦੀ ਜਾਨ ਟੁੱਟਦੀ। ਆਮ ਕਰਕੇ ਸਬਸਟੈਂਸ ਜਦੋਂ ਬੰਦੇ ਨੂੰ ਵਿਡਰੋਲਸ ਹੁੰਦੇ, ਸਬਸਟੈਂਸ ਨਹੀਂ ਮਿਲਦਾ, ਕ੍ਰੇਵਿੰਗ ਹੁੰਦੀ ਹੈ, ਉਹਦੇ ਹੱਥ ਪੈਰ ਟੁੱਟਦੇ, ਹੋਰ ਚੀਜ਼ਾਂ। ਪਰ ਇਹਦੇ ਜਦੋਂ ਐਵੇਂ ਹੁੰਦਾ, ਉਹ ਹੋ ਸਕਦਾ ਸਾਹਮਣੇ ਵੱਲ ਨੂੰ ਮਾਰ ਦੇ। ਜਿਹੜੀ ਸਕਰੀਨ ਰਿਲੇਟਡ ਐਡਿਕਸ਼ਨ ਆ, ਜਦੋਂ ਇਹਦੇ ਵਿਡਰੋਲਸ ਹੁੰਦੇ ਨਾ, ਇਸ ਤੋਂ ਵੀ ਵਰਸ ਹੋ ਜਾਂਦਾ। ਤੁਸੀਂ ਕਦੀ ਦੇਖੋ ਬੱਚੇ ਏਡੇ ਵੈਲ ਬਿਹੇਵਡ ਬੱਚੇ, ਏਡੇ ਪਿਆਰੇ ਬੱਚੇ, ਗੱਲਾਂ ਸਾਰੀਆਂ ਚੰਗੀਆਂ ਕਰਨ ਵਾਲੇ, ਤੁਸੀਂ ਜਦੋਂ ਕਿਤੇ ਸਕਰੀਨ ਦੇ ਇਸ ਤਰੀਕੇ ਨਾਲ ਲਗਾਤਾਰ ਲੱਗਾ ਹੋਏ ਨਾ, ਉਹਦੇ ਕੋਲ ਸਕਰੀਨ ਖੋਲ੍ਹ ਲਵੋ, ਹੋ ਸਕਦਾ ਤੁਹਾਡਾ ਗਾਲੀ ਘੁੱਟ ਦੇਣਾ, ਤੁਹਾਡੇ ਗੱਲ ਨੂੰ ਪੈ ਜਾਣਾ ਆ ਕੇ। ਇਹ ਪੋਸੀਬਿਲਿਟੀ ਹੈ। ਉਹਨੂੰ ਖੁਦ ਨਹੀਂ ਪਤਾ ਕਿ ਉਹ ਵਾਈਲਡ ਹੋ ਗਿਆ। ਹੋ ਸਕਦਾ ਬਾਅਦ 'ਚੋਂ ਰਿਅਲਾਈਜ਼ ਕਰੇ ਵੀ ਵਾਈ ਆਈ ਵਾਜ਼ ਸੋ ਮਚ ਐਕਚੁਅਲੀ ਅਗਰੈਸਿਵ ਦੈਟ ਟਾਈਮ। ਕਿਉਂ? ਕਿਉਂਕਿ ਉਦੋਂ ਬ੍ਰੇਨ ਇਤਨਾ ਐਡਿਕਟ ਹੋ ਚੁੱਕਾ ਹੈ ਉਸ ਥੋੜ੍ਹੀ ਡੋਪਾਮਾਈਨ ਦਾ, ਉਹਦੇ 'ਚੋਂ ਬਾਹਰ ਆਉਣਾ ਬੜਾ ਹਾਰਡ ਆ, ਬੜਾ ਔਖਾ ਆ। ਅਜੀਬ ਤਰ੍ਹਾਂ ਦੀ ਦੁਨੀਆ 'ਚ ਅਸੀਂ, ਅਤੇ ਗਿਨੀ ਪਿਗ ਦੀ ਤਰ੍ਹਾਂ ਹੀ ਸਾਰੇ ਬੈਠੇ ਹਾਂ। ਆਪ ਹੈਰਾਨ ਹੋਵੋਗੇ। ਚਲੋ ਬੈਠੇ ਹਾਂ ਗੁਰੂ ਕੇ ਹਜ਼ੂਰ। ਮਤਲਬ ਸਾਡੇ ਨਾਲ ਦੇ ਮੁਲਕ ਦੇ ਵਿੱਚ ਨਵੇਂ ਪ੍ਰੈਜ਼ੀਡੈਂਟ ਆ ਗਏ ਨੇ। ਅੱਛਾ, ਮੈਨੂੰ ਉਹ ਥੋੜ੍ਹਾ ਬਲੌਗਰਸ ਨੂੰ ਪੜ੍ਹਨ ਦਾ ਸ਼ੌਂਕ ਆ, ਅਤੇ ਮੈਂ ਕਾਫੀ ਪੜ੍ਹ ਰਿਹਾ ਸੀਗਾ। ਜਿਹੜੇ ਤੇ ਬੜੇ ਕਲੋਜ਼ ਬਾਏ ਲੋਕ ਰਹੇ, ਬਹੁਤ ਸਾਰੇ, ਉਹਨਾਂ ਨੂੰ ਇੰਟਰਵਿਊ ਕੀਤਾ, ਉਹਨਾਂ ਦੀਆਂ ਰਾਈਟਿੰਗਸ ਉਹਨਾਂ ਨੇ ਬਹੁਤ ਸਾਰੀਆਂ ਲਿਆਂਦੀਆਂ। ਉਹਨਾਂ 'ਚੋਂ ਬਹੁਤਿਆਂ ਨੇ ਪਤਾ ਕੀ ਲਿਖਿਆ? ਕਹਿਣ ਲੱਗੇ ਅਜੀਬ ਹਾਲਤ ਹੈ, ਸਾਨੂੰ ਵੋਟਰਸ ਦੇ ਉੱਤੇ ਸਮਝ ਨਹੀਂ ਆ ਰਹੀ ਵੀ ਇਹ ਬੰਦੇ ਨਾਲ 1 ਮਹੀਨਾ ਰਹਿ ਕੇ ਤੇ ਵੇਖੋ, ਜਸਟ 1 month, ਫਰਗੇਟ ਅਬਾਊਟ ਐਨੀਥਿੰਗ ਐਲਸ। 1 ਮਹੀਨਾ ਰਹਿ ਕੇ ਦੇਖੋ ਤੁਸੀਂ, ਇਹ ਤੁਹਾਨੂੰ ਪਤਾ ਲੱਗੇਗਾ ਵੀ ਕਿਵੇਂ ਦਾ ਬੰਦਾ ਆ। ਪਰ ਹੋਇਆ ਕੀ ਹੈ ਐਕਚੁਅਲੀ ਨਾ, ਇਹ ਜਿਹੜਾ ਡੀਪ ਸਟੇਟ ਤੇ ਬੜਾ ਕੁਝ ਲੋਕੀ ਕਹਿੰਦੇ ਨੇ, ਆਰਟੀਫਿਸ਼ਲ ਸਟੇਟ ਬਣ ਚੁੱਕੀ ਹੈ। ਸਭ ਕੁਝ ਐਲਗੋਰਿਦਮ ਨਾਲ ਚੱਲਦਾ, ਇਹਨਾਂ ਚੀਜ਼ਾਂ ਨੂੰ ਚੱਲਦਾ। ਕੁਝ ਪਿੱਛੇ ਪਲੇਅਰਸ ਬੈਠੇ ਨੇ ਅਤੇ ਉਹ ਪਲੇਅਰਸ ਸਾਰੇ ਕਾਸੇ ਨੂੰ ਪਲੇ ਕਰ ਰਹੇ ਨੇ। ਇਹੋ ਚੀਜ਼ ਹਾਲਤ ਬਣ ਚੁੱਕੀ ਹੈ। ਬੱਚੇ ਇਹ ਬਹੁਤ ਇਨੋਸੈਂਟ ਨੇ ਵਿਚਾਰੇ, ਬਹੁਤ ਭੋਲੇ ਨੇ। ਮੈਂ ਇਹਨਾਂ ਨੂੰ ਕਹਿੰਦਾ, ਇਹਨਾਂ ਨੂੰ ਪਿਆਰ ਕਰੋ ਅਤੇ ਪਿਟੀ ਫੀਲ ਕਰੋ ਇਹਨਾਂ ਵਾਸਤੇ। ਮੈਂ ਖੁਦ ਫੀਲ ਕਰਦਾ ਪਿਟੀ, ਕਿਉਂਕਿ ਗਿਨੀ ਪਿਗ ਇਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਕੁਛ ਵੀ। ਜਿਹੜੀ ਚੀਜ਼ ਮਨੁੱਖ ਦੀ ਉਸਾਰੀ ਕਰਦੀ ਉਹ ਪਤਾ ਕੀ ਹੈ? ਸ਼ਬਦ ਦੀ ਅਨਫੋਰਚੂਨੇਟ ਪਾਰਟ ਇਹ ਹੈ, ਸ਼ਬਦ ਨੂੰ ਅਟੈਂਡ ਕਰਨਾ ਪੈਂਦਾ, ਅਟੈਂਸ਼ਨ ਪੇ ਕਰਨੀ ਪੈਂਦੀ ਹੈ। ਸ਼ਬਦ ਪੜ੍ਹਨਾ ਪੈਂਦਾ, ਅਤੇ ਇਕੱਲਾ ਪੜ੍ਹਨਾ ਨਹੀਂ ਪੈਂਦਾ, ਸ਼ਬਦ ਪ੍ਰੋਸੈਸ ਕਰਨਾ ਪੈਂਦਾ। ਜਿਹੜਾ ਇਹ ਪੜ੍ਹਨਾ ਅਤੇ ਪ੍ਰੋਸੈਸ ਕਰਨਾ ਹੈ ਨਾ, ਜਿਵੇਂ ਬੰਦੇ ਨੇ ਹੈਲਦੀ ਰਹਿਣਾ ਹੈ ਅਤੇ ਖਾਣਾ ਪ੍ਰੋਪਰ ਖਾਣਾ ਪੈਣਾ, ਖਾਣ ਲਈ ਪ੍ਰੋਪਰ ਚੂ ਕਰਨਾ ਪੈਣਾ। ਬੱਚੇ ਪੀਜ਼ਾ ਕਿਉਂ ਚੰਗਾ ਲੱਗਦਾ ਬੱਚੇ ਨੂੰ? ਜਿੰਨੀ ਵੱਧ ਚੀਜ਼ ਆ ਓਨਾ ਵਧੀਆ। ਮੂੰਹ 'ਚ ਪਾਓ, ਸਿੱਧਾ ਗਲੇ ਤੋਂ ਥੱਲੇ, ਸਿੱਧਾ ਗਲੇ ਤੋਂ ਥੱਲੇ, ਲੋੜ ਹੀ ਨਹੀਂ। ਜਿਹੜੀ ਚੀਜ਼ ਚਬਾਣੀ ਪੈ ਗਈ, ਓ ਮਾਈ ਗੋਸ਼, ਜਾਨ ਨਿਕਲੇ, ਮੂੰਹ ਥੱਕ ਜਾਏਗਾ, ਆ ਜਾ ਥੱਕ ਜਾਏਗੀ। ਤਾਂ ਕਿਹੜੇ ਮੁਸੀਬਤ ਨੂੰ ਪਾਤਾ ਤੁਸੀਂ? ਉਹ ਕਹਿੰਦੇ ਬੰਦੇ ਨੂੰ ਘੱਟ ਤੋਂ ਘੱਟ 22 ਤੋਂ 28 ਟਾਈਮ ਜਿਹੜਾ ਮੂੰਹ 'ਚ ਪਾਉਣਾ ਚਾਹੀਦਾ ਹਰ ਗਰਾਹੀ ਦੇ ਨਾਲ, ਅਤੇ ਟੋਟਲ ਖਾਣੇ 'ਚ 28 ਬੁਰਕੀਆਂ, 28 ਵਾਰ ਬੰਦਾ ਮੂੰਹ ਨਾਲ ਚਬਾ ਸਕੇ। ਬੰਦਾ ਕਹਿੰਦਾ ਕਿਹੜੇ ਚੱਕਰਾਂ 'ਚ ਪਾਤਾ ਤੁਸੀਂ ਇਹ ਰੂਪ ਦੇ ਵਿੱਚ ਆ। ਫਿਰ ਤੁਹਾਡੇ ਪੇਟ ਦੇ 'ਚ ਉਹਨੇ ਡਾਈਜੈਸਟ ਹੋਣਾ ਪ੍ਰੋਪਰਲੀ, ਉਹ ਸਾਰੇ ਵਾਸਤੇ ਫੂਡ ਦੀ ਗੱਲ ਕਰ ਰਹੇ ਹਾਂ।
ਜਿਹੜੀ ਨੌਲੇਜ ਆ, ਜਿਹੜਾ ਇੰਟਲੈਕਟ ਦਾ ਲੈਵਲ ਆ, ਇਹਦੇ ਲਈ ਤੇ ਬਹੁਤ ਇਸ ਤੋਂ ਵੀ ਜ਼ਿਆਦਾ ਅਟੈਂਸ਼ਨ ਚਾਹੀਦੀ ਹੈ। ਤੁਸੀਂ ਸ਼ਬਦ ਨੂੰ ਗ੍ਰੈਬ ਕਰਨਾ ਆ, ਉਸ ਨੂੰ ਸੁਣਨਾ ਆ, ਪੜ੍ਹਨਾ ਆ, ਪੜ੍ਹ ਕੇ ਸੁਰਤ 'ਚ ਪਾਉਣਾ ਆ, ਉਹਨੂੰ ਪ੍ਰੋਸੈਸ ਕਰਨਾ ਆ, ਫਿਰ ਉਹਨੇ ਤੁਹਾਡੇ ਅੰਦਰ ਗਿਆਨ ਦੇ ਰੂਪ ਵਿੱਚ ਕਨਵਰਟ ਹੋਣਾ ਆ। ਉਹਨੇ ਪਹਿਲਾਂ ਤੁਹਾਨੂੰ ਕਨਵਿੰਸ ਕਰਨਾ ਹੈ, ਫਿਰ ਤੁਹਾਡੇ 'ਚ ਐਬਿਲਿਟੀ ਹੋਣੀ ਤੁਸੀਂ ਕਿਸੇ ਹੋਰ ਨੂੰ ਕਨਵਿੰਸ ਕਰ ਸਕੋ। ਸਾਨੂੰ ਅੱਜ ਆਪਣੇ ਪੱਖ ਆਪਣੇ ਆਪ ਦੇ ਸਾਹਮਣੇ ਪੇਸ਼ ਕਰਨੇ ਨਹੀਂ ਆਉਂਦੇ। ਦੈਟਸ ਵਾਈ ਵੀ ਆਰ ਸੋ ਕਨਫਿਊਜ਼ਡ। ਹਰ ਬੰਦਾ ਕਨਫਿਊਜ਼ ਹੈ, ਮੈਨੂੰ ਨਹੀਂ ਪਤਾ ਲੱਗਦਾ ਮੈਂ ਕੀ ਕਰਾਂ, ਕੀ ਖਾਵਾਂ, ਕਿਵੇਂ ਬੋਲਾਂ। ਕਿਉਂ ਭਾਈ? ਤੂੰ ਆਪ ਹੀ ਸਭ ਕੁਝ ਕਰਨਾ ਹੈ। ਕਿਉਂ ਕਨਫਿਊਜ਼ ਆ? ਖੁਦ ਨੂੰ ਨਹੀਂ ਪਤਾ ਮੇਰੀ ਸਹੀ ਧਾਰਾ ਕੀ ਹੈ, ਫਿਰ ਦੂਸਰੇ ਨੂੰ ਕਿਵੇਂ ਪ੍ਰੈਜ਼ੈਂਟ ਕਰੇਗਾ ਦੂਸਰੇ ਦੇ ਸਾਹਮਣੇ? ਇਸੇ ਲਈ ਰਿਸ਼ਤਿਆਂ ਦੇ ਵਿੱਚ ਮਿਠਾਸ ਨਹੀਂ ਖਟਾਸ ਵੱਧ ਰਹੀ ਹੈ। ਐਕਸਪੈਕਟੇਸ਼ਨ ਸਭ ਤੋਂ ਨੇ, ਪਰ ਪਤਾ ਨਹੀਂ ਕਿਵੇਂ ਦੱਸਣੀਆਂ ਨੇ। ਦੱਸਦਾ ਅਗਲਾ ਬੰਦਾ ਕਹਿੰਦਾ ਅੱਛਾ ਤੂੰ ਮੇਰੇ ਤੋਂ ਐਕਸਪੈਕਟ ਕਰਦਾ ਆ, ਮੈਂ ਤੇਰਾ ਨੌਕਰ ਲੱਗਾ ਆ। ਉਹ ਕਹਿੰਦਾ ਛੱਡੋ ਪਰਾਂ, ਮੈਂ ਕਾਹਦੇ ਲਈ? ਭਾਈ ਗੱਲ ਇਹ ਹੈ, ਤੂੰ ਜੋ ਐਕਸਪੈਕਟੇਸ਼ਨ ਦੇ ਰੂਪ ਵਿੱਚ ਦੱਸ ਰਿਹਾ ਅਸਲ 'ਚ ਹੋ ਸਕਦਾ ਉਹਦੀ ਫੇਵਰ ਇੱਥੇ ਦੱਸ ਰਿਹਾ ਹੈ, ਪਰ ਅਨਫੋਰਚੂਨੇਟ ਪਾਰਟ ਹੈ ਤੈਨੂੰ ਦੱਸਣਾ ਨਹੀਂ ਆਉਂਦਾ। ਕਿਉਂ? ਕਿਉਂਕਿ ਤੇਰੇ ਕੋਲ ਸ਼ਬਦ ਨਹੀਂ ਹੈ। ਤੁਸੀਂ ਅੱਜ ਦੇ ਨਿਆਣਿਆਂ ਨੂੰ ਗੱਲਾਂ ਕਰਦਿਆਂ ਨੂੰ ਦੇਖੋ, ਉਹ ਨਾ ਇੱਕ ਸੈਂਟੈਂਸ ਬੋਲਣਗੇ ਤਾਂ ਉਹਦੇ ਵਿੱਚ ਪਤਾ ਕਿੰਨੀ ਵਾਰੀ? 2 ਵਾਰੀ ਘੱਟ ਤੋਂ ਘੱਟ ਕਹਣਗੇ ਯੂ ਨੋ ਵਟ ਆਈ ਮੀਨ, ਯੂ ਨੋ ਵਟ ਆਈ ਮੀਨ। ਤੇ ਸਾਹਮਣੇ ਵਾਲਾ ਸੱਜਣਗੇ ਵੀ ਆਈ ਡੋਂਟ ਨੋ ਵਟ ਯੂ ਮੀਨ, ਯੂ ਹੈਵ ਟੂ ਐਕਸਪਲੇਨ ਇਟ। ਉਹ ਕਹੇਗਾ ਛੱਡ ਪਰ ਮੈਂ ਗੱਲ ਹੀ ਨਹੀਂ ਕਰਨੀ ਤੇਰੇ ਨਾਲ। ਕਿਉਂ? ਮੈਨੂੰ ਕੀ ਪਤਾ? ਫਿਲਿੰਗ ਦਾ ਬਲੈਂਕਸ। ਮੈਨੂੰ ਤੁਸੀਂ 2 ਅੱਗੇ ਅੱਖਰ ਲਿਖ ਦਿਓ, 2 ਜਿਹੜਾ ਐਵੇਂ ਬਲੈਂਕ ਲਾਈਨਾਂ ਲਗਾ ਦਿਓ ਤੇ ਫਿਰ ਅੱਗੇ 2 ਅੱਖਰ ਲਿਖ ਦਿਓ, ਉਹਨੂੰ ਕਹਿੰਦਾ ਫਿਲਿੰਗ ਦਾ ਬਲੈਂਕਸ, ਬਾਕੀ ਆਪ ਭਰ ਲੈ। ਭਾਈ ਮੈਨੂੰ ਕੀ ਪਤਾ ਇਹ 'ਚ ਕੀ ਭਰਨਾ? I might actually put something wrong over here. I might actually get something, I might get, you can say, wrong understanding about your talks. So why don't you tell properly? Why don't you explain me properly? ਇਹਦਾ ਮਾਇਨਾ ਇਹ ਹੈ ਸਾਨੂੰ ਪੜ੍ਹਨ ਦੀ ਰੁਚੀ ਪੈਦਾ ਕਰਨੀ ਪਏਗੀ, ਤੇ ਪੜ੍ਹਨ ਵਾਸਤੇ ਸਾਨੂੰ ਲਿਟਰੇਚਰ ਚਾਹੀਦਾ ਹੈ। ਲਿਟਰੇਚਰ ਹਰ ਖੇਤਰ, ਹਰ ਜ਼ਬਾਨ, ਹਰ ਜਗ੍ਹਾ 'ਤੇ ਬੜਾ ਉਮਦਾ ਮਿਲਦਾ। ਸਾਡੇ ਘਰ ਤੇ ਕਮਾਲ ਹੀ ਹੈ। ਆਹ ਤੁਹਾਡੀਆਂ ਟ੍ਰੈਡੀਸ਼ਨਲ ਰਚਨਾਵਾਂ ਨੇ ਜਿਹੜੀਆਂ ਅਸੀਂ ਪੜ੍ਹ ਰਹੇ ਹਾਂ ਸਮਹਾਓ। ਹਾਲਾਂਕਿ ਕੁਝ ਦਿਨ ਨੂੰ ਕਹਿ ਰਹੇ ਭਾਈ ਸਾਹਿਬ ਕਿਹੜੇ ਚੱਕਰ 'ਚ ਪਏ ਹੋ, ਬਾਣੀ ਦੀ ਵਿਆਖਿਆ ਕਰੋ ਸਭ ਕੁਝ। ਉਹ ਮੈਂ ਕਿਹਾ ਮੈਂ ਤਾਂ ਚੱਲਦੇ ਫਲੋ 'ਚ ਚੱਲਦਾ, ਇਸ ਰੂਪ ਦੇ 'ਚ ਬਾਤ ਹੈ। ਬਾਕੀ ਧਰਤੀ 'ਤੇ ਕੋਈ ਵੀ ਚੀਜ਼ ਤੁਸੀਂ ਨਾ ਮਤਲਬ ਜਿਵੇਂ ਅਸੀਂ ਫੂਡ ਦੇ ਵਿੱਚ ਕਿੰਨਾ ਅਸੀਂ ਵੈਰਾਈਟੀਫੁਲ ਵੇ ਨਾਲ ਫੂਡ ਖਾਂਦੇ ਹਾਂ। ਸਾਡੇ ਲੋਕ ਅੱਜ ਕੱਲ੍ਹ ਤੇ ਬਲਕ ਬਾਰਸ 'ਤੇ ਜਾਂਦੇ, ਉੱਥੇ 20 25 ਤਰ੍ਹਾਂ ਦਾ ਆਟਾ ਲੈ ਕੇ ਆਉਂਦੇ। ਇਹ ਗਲੋਰੀ ਵੀ ਹੈ। ਪਿਛਲੇ 20 30 40 ਸਾਲਾਂ ਦੇ ਵਿੱਚ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨੇ ਜਵਾਰ, ਬਾਜਰਾ, ਈਵਨ ਮਕਈ ਦਾ ਵੀ ਆਟਾ, ਜਿਹੜਾ ਕੋਈ ਕਣਕ ਬੀਜਣੀ, ਮਕਈ ਬੀਜਣੀ ਨਹੀਂ, ਉਹ ਵੀ ਇੱਕ ਕਹਿ ਲਓ ਕਿ ਲਗਜ਼ਰੀਅਸ ਚੀਜ਼ ਹੋ ਗਈ ਸੀ ਵੀ ਇਹ ਲਗਜ਼ਰੀ ਚੀਜ਼ ਹੈ ਮਕਈ ਦਾ ਆਟਾ ਖਾਣਾ। ਇਸ ਰੂਪ ਦੇ ਵਿੱਚ ਇੱਥੇ ਕੈਨੇਡਾ ਆ ਗਏ, ਬਲਕ ਬਾਰ 'ਤੇ ਜਾਂਦੇ ਲੋਕ 18 20 ਤਰ੍ਹਾਂ ਦਾ ਆਟਾ ਖਰੀਦ ਕੇ ਲਿਆਉਂਦੇ। ਕਹਿੰਦੇ ਮੈਂ ਰਾਈ ਵੀ ਖਾ ਰਿਹਾ ਵਾਂ, ਅੱਜ ਕੱਲ੍ਹ ਮੈਂ ਜੌਂ ਦਾ ਆਟਾ ਵੀ ਖਾ ਰਿਹਾ, ਬਾਜਰਾ ਵੀ ਖਾ ਰਿਹਾ, ਸਾਰਾ ਕੁਝ। ਕਿਉਂ? ਕਿਉਂਕਿ ਇਹ ਸਾਰਾ ਵੈਰਾਈਟੀਫੁਲ ਜਿਹੜਾ ਇੱਕ ਤਾਂ ਟੇਸਟ ਡਿਵੈਲਪ ਕਰਦਾ, ਦੂਜਾ ਤੁਹਾਡੇ ਡਾਈਜੈਸਟ ਸਿਸਟਮ ਨੂੰ ਵਧੀਆ ਕਰਦਾ। ਸੇਮ ਵੇ ਦੇ ਨਾਲ ਬਹੁਤ ਵੱਖਰੇ ਕਿਸਮ ਦੀਆਂ ਰਚਨਾਵਾਂ ਸਾਡੇ ਘਰ ਵਿੱਚ ਪਈਆਂ ਨੇ, ਉਹਨਾਂ ਨੂੰ ਪੜ੍ਹੋ, ਪੜਤਾਲੋ, ਗੁੱਖੋ, ਇਹਨਾਂ ਚੀਜ਼ਾਂ 'ਚੋਂ ਲਰਨ ਕਰੋ ਕੀ ਚੀਜ਼ ਪਈ ਹੋਏਗੀ, ਚੰਗੇ ਮਾੜੇ ਦਾ ਅਹਿਸਾਸ ਕਰੋ। ਸਭ ਚੀਜ਼ਾਂ ਇਹ ਤੁਹਾਡੀ ਜਿਹੜੀ ਹੈ ਸੁਰਤ ਨੂੰ ਉੱਚੀਆਂ ਚੁੱਕਣਗੇ। ਸੋ ਜਿਹੜੀ ਕਵੀ ਜੀ ਇੱਥੇ ਬਾਤ ਕਰਦੇ, ਕਹਿਣਗੇ ਗੱਲ ਇਹ ਹੈ ਵੀ ਮੇਰੀ ਜਿਹੜੀ ਰਚਨਾ ਆ ਇਹ ਤੁਸੀਂ ਜੇ ਤੇ ਨਾਪੋ ਤੋਲੋਗੇ ਵੀ ਹਾਂ ਇਹ ਕਵਿਤਾ ਦੇ ਰੂਪ ਦੇ 'ਚ ਐਵੇਂ ਅਲੰਕਾਰਾਂ ਦੇ ਰੂਪ, ਸ਼ਾਇਦ ਤੁਹਾਨੂੰ ਬਹੁਤੀ ਅਟਪਟੀ ਲੱਗੇ। ਇਹ ਐਵੇਂ ਹੀ ਹੈ ਵੀ ਜਿਵੇਂ ਨੋਰਾ ਸੁਰਸੁਰ ਬਕਰਗਤ ਗੁਨੀ ਨ ਔਗੁਣ ਜਾਨ। ਜਿਵੇਂ ਗੰਗਾ ਹੁੰਦੀ ਹੈ ਨਾ, ਤੇ ਗੰਗਾ ਵਗਦੀ ਵਿੰਗੀ ਸਿੱਧੀ, ਕਦੀ ਇੱਧਰ ਚਲੀ ਗਈ ਕਦੀ ਇੱਧਰ ਚਲੀ ਗਈ। ਦਰਿਆ ਦੇ ਵਿੰਗ ਧੜਿੰਗ ਵੇਖ ਕੇ ਬੰਦਾ ਉਹਨੂੰ ਨਕਾਰ ਨਹੀਂ ਦਿੰਦਾ। ਦਰਿਆ ਆਪਣੇ ਵਿੰਗ ਧੜਿੰਗ ਕਰਕੇ ਉਹ ਮਾੜਾ ਨਹੀਂ ਹੋ ਜਾਂਦਾ। ਦਰਿਆ ਦੀ ਖੂਬੀ ਇਹ ਹੈ ਕਿਉਂਕਿ ਉਹਦੇ 'ਚ ਠੰਡਾ ਪਾਣੀ ਵਗਦਾ ਆ। ਇਹ ਕਵਿਤਾ ਤੁਹਾਨੂੰ ਹੋ ਸਕਦਾ ਵਿੰਗੀ ਟੇਢੀ ਲੱਗੇ, ਪਰ ਇਹਦੇ ਵਿੱਚ ਗੁਰੂ ਦੀ ਕੀਰਤੀ ਵਗ ਰਹੀ ਹੈ। ਤੁਸੀਂ ਉਹਦੇ 'ਚ ਇਸ਼ਨਾਨ ਕਰਨਾ। ਕਵੀ ਜੀ ਨੇ ਇਹਦੀ ਮਿਸਾਲ ਦਿੱਤੀ ਜੀ, ਸਾਦਰ ਸੋ ਤੇ ਮੈਂ ਸਦਾ ਕਰਹਿ ਪਾਨ ਇਸ਼ਨਾਨ। ਜਿਹੜੇ ਲੋਕ ਉਹਦਾ ਸਾਦਰ ਸਤਕਾਰ ਕਰਦੇ ਉਹ ਹਮੇਸ਼ਾ ਉਹਦੇ ਜਾ ਕੇ ਇਸ਼ਨਾਨ ਕਰਦੇ, ਉਸ ਪਾਣੀ ਦਾ ਇਸਤੇਮਾਲ ਕਰਦੇ। ਸੋ ਸੇਮ ਵੇ ਦੇ ਨਾਲ ਹੈ। ਇਸ ਰਚਨਾ ਦਾ ਅਦਬ ਕਰੋ ਇਸ ਕਰਕੇ ਕਿਉਂਕਿ ਇਹਦੇ 'ਚ ਗੁਰੂ ਦੀ ਸਤੁਤੀ ਹੈ। ਇਹਦੇ 'ਚ ਉਹ ਬਚਨ, ਉਹ ਬੋਲ, ਉਹਨਾਂ ਨੂੰ ਸੁਰਤ 'ਚ ਪਾਉਣ ਦੀ ਕੋਸ਼ਿਸ਼ ਕਰੋ ਜੀ। ਚੌਪਈ ਕਹਿ ਬਾਲਾ ਸ੍ਰੀ ਅੰਗਦ ਸੁਣੀਏ, ਸ੍ਰੀ ਗੁਰ ਕਥਾ ਬਿਮਲ ਗੁਣ ਗੁਣੀਏ। ਫਿਰ ਭਾਈ ਬਾਲਾ ਜੀ ਨੇ ਕਿਹਾ, ਹੇ ਗੁਰੂ ਅੰਗਦ ਮਹਾਰਾਜ, ਆਪ ਜੀ ਹੁਣ ਗੁਰੂ ਨਾਨਕ ਮਹਾਰਾਜ ਦੀ ਮੇਰੇ ਤੋਂ ਨਿਰਮਲ ਕਥਾ ਸੁਣੋ। ਹੁਣ ਅਗਲਾ, ਕਿਉਂਕਿ ਪ੍ਰਕਾਸ਼ ਸਮੇਂ ਦੀ ਬਾਤ ਹੋ ਰਹੀ ਹੈ। ਕਹਿ ਬਾਲਾ ਸ੍ਰੀ ਅੰਗਦ ਸੁਣੀਏ, ਸ੍ਰੀ ਗੁਰ ਕਥਾ
ਬਿਮਲ ਗੁਣ ਗੁਨੀਐ ਬਿਮਲ, ਜਿਹੜੀ ਮੈਲ ਰਹਿਤ ਹੈ, ਜਿਹੜੀ ਸਾਡੇ ਜੀਵਨ ਦੀ ਮੈਲ ਉਤਾਰ ਦਿੰਦੀ ਹੈ ਜੀ। ਭਈ ਭੋਰ ਨਿਜ ਦਾਸ ਬੁਲਾਇਆ, ਦਿਜਬਰ ਸਦਨ ਜਹ ਤੁਮ ਧਾਇਆ। ਜਦੋਂ ਦਿਨ ਚੜਿਆ, ਸੂਰਜ ਦੀ ਲੋ ਫਟਣ ਲੱਗੀ, ਉਸ ਵਕਤ ਬਾਬਾ ਮਹਿਤਾ ਕਾਲੂ ਜੀ ਨੇ ਆਪਣੇ ਨੌਕਰ ਨੂੰ ਆਵਾਜ਼ ਦਿੱਤੀ, ਨੌਕਰ ਨੂੰ ਬੁਲਾਇਆ। ਭਈ ਭੋਰ ਨਿਜ ਦਾਸ ਬੁਲਾਇਆ, ਦਿਜਬਰ ਸਦਨ ਜਹ ਤੂੰ ਧਾਇਆ। ਜਾ ਭਾਈ ਧਾਇਆ ਮੈਨੂੰ ਦੌੜ ਕੇ, ਜਾ ਆਪਣੇ ਜਿਹੜਾ ਸਾਡੇ ਘਰ ਦਾ ਪ੍ਰੋਹਿਤ ਹੈ ਉਹਦੇ ਕੋਲ ਜਾ। ਇਸ ਤਰ੍ਹਾਂ ਜਾਣੋ ਜਿਹੜਾ ਪੰਡਤਾਊ ਰੂਪ ਸੀਗਾ, ਪੰਡਤਾਊ ਪੁਣਾ ਸੀਗਾ, ਜਿਵੇਂ ਬਾਣੀ ਦਾ ਬਚਨ ਪੜ੍ਹਦੇ ਨਾ ਵੀ ਬਾਹਮਣ ਪੰਡਤ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾ ਹੈ। ਜਿਹੜਾ ਬ੍ਰਾਹਮਣ ਹੈ ਇਹ ਸੰਸਾਰ ਦਾ ਗੁਰੂ ਹੋਏਗਾ, ਪਰ ਭਗਤਾਂ ਨੇ ਇਹਨੂੰ ਤਿਆਗ ਦਿੱਤਾ। ਕਿਉਂ ਤਿਆਗ ਦਿੱਤਾ ਇਹਨਾਂ ਨੇ? ਕਿਉਂਕਿ ਭਗਤਾਂ ਨੇ ਆਪਣੀ ਚਾਲ ਵੱਖਰੀ ਪ੍ਰਾਪਤ ਕੀਤੀ। ਇਸ ਸਾਰੇ ਗੜ੍ਹ ਨੂੰ ਗੁਰਮਤਿ ਸਕੂਲ ਨੇ ਤੋੜਿਆ। ਉਹਨਾਂ ਦੀ ਇੱਕ ਮਨੋਪਲੀ ਸੀ ਪੂਰੇ ਦੀ ਪੂਰੀ। ਸਮਾਜ ਦੇ ਅੰਦਰ ਇਸ ਤਰੀਕੇ ਨਾਲ ਸਮਾਜ ਨੂੰ ਬੰਨਿਆ ਸੀਗਾ, ਸਮਾਜ ਉਹ 'ਚੋਂ ਆਜ਼ਾਦ ਹੋ ਹੀ ਨਹੀਂ ਸੀ ਸਕਦਾ। ਜਾਤ ਪਾਤ ਵਰਨ ਵੰਡ ਸਭ ਕੁਝ। ਅਨਫੋਰਚੂਨੇਟ ਪਾਰਟ ਇਹ ਹੈ, ਉਹ ਐਲੀਟ ਵਾਪਸ ਸਮਾਜ ਨੂੰ ਉੱਥੇ ਲੈ ਕੇ ਜਾਣਾ ਚਾਹੁੰਦਾ ਹੈ, ਪਰ ਜਿਹੜੇ ਲੋਕ ਜਿਨ੍ਹਾਂ ਨੂੰ ਸਭ ਕਾਸੇ ਤੋਂ ਆਜ਼ਾਦ ਕਰਵਾਇਆ, ਉੱਥੋਂ ਦੀਆਂ ਭਗਤ ਰੂਹਾਂ ਨੇ, ਗੁਰੂ ਸਾਹਿਬਾਨ ਨੇ। ਤੁਸੀਂ ਪੜ੍ਹ ਕੇ ਦੇਖੋ ਕਦੀ ਭਗਤਾਂ ਦਾ ਲਿਟਰੇਚਰ। 15 ਭਗਤ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਬੈਠੇ ਨੇ। ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਸਦਨਾ ਜੀ, ਭਗਤ ਸੈਨ ਜੀ, ਭਗਤ ਨਾਮਦੇਵ ਜੀ। ਤੇ ਵੱਡੀ ਜਿਹੜੀ ਇਹੋ ਜੀ ਉੱਥੇ ਵਸੋਂ ਹੈ, ਜਿਹੜੀ ਇਹ ਅਹਿਸਾਸ ਨਹੀਂ ਕਰ ਪਾ ਰਹੀ ਕਿ ਸਾਡੇ ਪੁਰਖੇ ਤੇ ਆ ਨੇ। ਹੁਣ ਜੋ ਭਗਤ ਨਾਮਦੇਵ ਜੀ ਤੇ ਤੁਸੀਂ ਪੜ੍ਹੋ, ਸਾਰਾ ਮਰਾਠਵਾੜਾ ਜੇ ਭਗਤ ਨਾਮਦੇਵ ਜੀ ਨੂੰ ਪੜ੍ਹੇ ਤੇ ਅਹਿਸਾਸ ਕਰੇ ਕਿ ਅਸੀਂ ਕਿਸ ਭਗਵਾ ਕਰਨ ਦੇ ਚੱਕਰ 'ਚ ਪੈ ਗਏ ਹਾਂ। ਇਹ ਤੇ ਬ੍ਰਾਹਮਣ ਦੀ ਸੁਪਰਮੇਸੀ ਵਾਲੇ ਪਾਸੇ ਵੱਧ ਰਹੇ ਹਾਂ। ਪਰ ਅਨਫੋਰਚੂਨੇਟ ਪਾਰਟ ਇਹ ਹੈ, ਕੀ ਕੀਤਾ ਜਾਏ। ਇੱਕ ਦੇਖਾ ਦੇਖੀ ਸਭ ਕਰੈ, ਮਨਮੁਖ ਬੂਝ ਨਾ ਪਾਏ। ਬਾਕੀ ਮਾਈਟ ਇਜ਼ ਰਾਈਟ, ਜਿਹਦੇ ਹੱਥ ਡੰਡਾ ਹੁੰਦਾ ਉਹਦੇ ਮੁਤਾਬਕ ਸਮਾਜ ਤੇ ਆਲਾ ਦੁਆਲਾ ਚੱਲਣ ਦੀ ਕੋਸ਼ਿਸ਼ ਕਰਦਾ। ਕੁਦਰਤ ਦਾ ਇੱਕ ਵੱਡਾ ਨਿਜ਼ਾਮ ਆ, ਹਰ ਚੀਜ਼ ਆਪਣੇ ਸਮੇਂ ਦੇ ਨਾਲ ਆਪੋ ਆਪਣਾ ਰੰਗ ਬਦਲਦੀ ਤੇ ਵੱਖਰਾ ਵਿਖਾਉਂਦੀ ਹੈ। ਪਰ ਇਹ ਚੀਜ਼ ਸੱਚਾਈ ਦੇ ਰੂਪ ਵਿੱਚ ਕਹਿਣੀ ਪਏਗੀ ਵੀ ਸਮਾਜ ਇਹਦੇ ਵਿੱਚੋਂ ਜਿਹੜਾ ਹੈ ਉਹ ਦੁੱਖ ਭੋਗ ਰਿਹਾ। 1.5 ਬਿਲੀਅਨ ਦੇ ਕਰੀਬ ਲੋਕ ਹੋਣ, 150 ਕਰੋੜ ਦੇ ਕਰੀਬ ਲੋਕ ਹੋਣ, ਤੇ ਉੱਥੋਂ ਦੀ 60% ਵਸੋਂ ਗਰੀਬੀ ਤੋਂ ਥੱਲੇ ਜੀ ਰਹੀ ਹੋਏ। ਜਿੱਥੇ ਹਾਲਤ ਇਹ ਬਣੇ, ਪਿਛਲੇ 20-25-30 ਸਾਲਾਂ 'ਚ ਦੇਖੋ ਬੜੀ ਤਰੱਕੀ ਹੋਈ। ਹਾਂ, ਬੜੀ ਤਰੱਕੀ ਹੋਈ। ਲੋਕਾਂ ਦੀ ਜ਼ਿੰਦਗੀ ਦੀ ਹਾਲਤ ਦੇਖੋ ਜਾ ਕੇ ਕੀ ਬਣੀ ਪਈ ਹੈ। ਗੁਰਬਤ ਦੇ ਮਾਰੇ ਲੋਕ, ਗਰੀਬੀ ਮਤਲਬ ਇੰਤਹਾ, ਆਪਣੀਆਂ ਲੋੜਾਂ ਥੋੜਾਂ ਦੀ ਪੂਰਤੀ ਵਾਸਤੇ। ਸਾਡਾ ਪਿੱਛੇ ਇਨਸੀਡੈਂਟ ਹੋਇਆ ਦੋ ਰੋਜ਼ ਪਹਿਲਾਂ, ਮੈਂ ਉਹ ਚਾਂਗਾਂ ਸੁਣ ਰਿਹਾ ਸੀਗਾ ਉਹਨਾਂ ਦੀਆਂ, ਜੋ ਮਾਈਕ ਵਿੱਚ ਉਹ ਕਹਿ ਰਹੇ ਸਾਰੇ, ਜੋ ਲੋਕਾਂ ਨੇ ਵੀਡੀਓਜ਼ ਦੇ ਉੱਤੇ ਐਲਗੋਰਿਦਮ ਵਗੈਰਾ ਜੋ ਪਾ ਕੇ ਸਾਰਾ ਕੁਝ ਭੇਜਿਆ। ਮੈਂ ਦੇਖ ਰਿਹਾ, ਅਹਿਸਾਸ ਕਰ ਰਿਹਾ, ਉਹ ਭਲਿਓ ਇਸ ਮੁਬਾਲਿਕ ਦੇ 'ਚ, ਇਸ ਖਿੱਤੇ ਦੇ 'ਚ ਰੁਜ਼ਗਾਰ ਲੱਭਣ ਲਈ ਆਏ ਹੋ, ਰੋਟੀ ਲੱਭਣ ਲਈ ਆਏ ਹੋ, ਨਵੀਂ ਜ਼ਿੰਦਗੀ ਲੱਭਣ ਲਈ ਆਏ ਹੋ। ਆ ਕਿਹੜੇ ਚੱਕਰਾਂ 'ਚ ਪਏ ਹੋ? ਤੁਹਾਨੂੰ ਆਈਡੀਆ ਵੀ ਹੈ ਕੁਛ ਕੀ ਹੋਏਗਾ ਇਸ ਰੂਪ ਦੇ ਵਿੱਚ? ਪਰ ਇਹ ਹੈ, ਫਿਰ ਅਗਲਾ ਪੜਾਅ ਦੇਖੋ। ਇਹ ਸਮਾਂ ਸਿਰ ਜੋੜ ਕੇ ਬੈਠਣ ਦਾ ਆ, ਐਜ਼ ਏ ਇਮੀਗ੍ਰਾਂਟ ਸੋਚਣ ਦਾ ਆ। ਇਹ ਸਮਾਂ ਆਈਡੈਂਟੀਟੀ ਪੋਲਿਟਿਕਸ ਖੇਡਣ ਦਾ ਨਹੀਂ ਹੈ। ਨਹੀਂ ਤੇ ਅਦਰਵਾਈਜ਼ ਪਤਾ ਨਹੀਂ ਲੱਗਣਾ ਵੀ ਜ਼ਮਾਨਾ ਚਾਲ ਕਿਆਮਤ ਕੀ ਚੱਲ ਗਿਆ। ਜੇ ਮੈਂ ਟਰੰਪ ਦੀ ਗੱਲ ਕੀਤੀ ਤੁਸੀਂ ਦੇਖੋ ਸੀ ਕਿਹੜੀ ਧਿਰ ਪਿੱਛੇ ਚੜ੍ਹਦੀ ਤੁਰੀ ਆਉਂਦੀ ਕਾਂਗ ਵਾਂਗੂ। ਤੇ ਆਖਰਕਾਰ ਉਹਨਾਂ ਦਾ ਸਾਰਿਆਂ ਦਾ ਟਾਰਗੇਟ ਕੀ ਹੈ? ਟਰੰਪ ਦੀ ਭਾਸ਼ਾ ਕਦੀ ਸੁਣੋ ਤੁਸੀਂ ਇਮੀਗ੍ਰਾਂਟਸ ਬਾਰੇ? ਉਹ ਸਿੱਧੇ ਤੌਰ ਤੇ ਉਹ ਕਹਿੰਦਾ ਏ ਜੂਆਂ ਤੇ ਚਿੱਚੜ ਤੇ ਜੋਕਾਂ ਨੇ ਜਿਹੜੀਆਂ ਚੰਬੜੀਆਂ ਨੇ ਲਾ ਕੇ ਸੱਟਣੀਆਂ ਨੇ ਪਰਾਂ। ਜਿਨ੍ਹਾਂ ਮਬਾਲਿਕ 'ਚੋਂ ਆਏ ਆ ਉੱਥੇ ਰੁਜ਼ਗਾਰ ਦੇ ਸਾਧਨ ਨਹੀਂ ਰਹੇ, ਉੱਥੇ ਕੋਈ ਹਾਲਤ ਨਹੀਂ ਰਹੀ। ਤੇ ਉਸ ਤੋਂ ਵੀ ਅੱਗੇ ਅਗਲੇ ਪੜਾਅ ਦੇ ਵਿੱਚ ਕੋਈ ਲੋਕਾਂ ਲਈ ਉੱਥੇ ਜਿਹੜੇ ਬੰਦਾ ਕੋਈ ਜ਼ਿੰਦਗੀ ਜੀਣਾ ਚਾਹੁੰਦਾ ਉਹਦੇ ਲਈ ਸੁਹਿਰਦਲਾ ਦੀ ਥਾਂ ਨਹੀਂ ਹੈ। ਜਿੱਥੇ ਥੋੜ੍ਹਾ ਸਪੇਸ ਮਿਲ ਰਿਹਾ ਉੱਥੇ ਇੱਕ ਅਜੀਬ ਹੋਰ ਹਾਲਤ ਅਸੀਂ ਸਾਰੀ ਖੜੀ ਕਰ ਰਹੇ ਹਾਂ। ਖੈਰ, ਜਿਸ ਰੂਪ ਵਿੱਚ ਇੱਥੇ ਬਾਤ ਹੋ ਰਹੀ ਹੈ ਕਿ ਉਸ ਸਮੇਂ ਦੇ ਵਿੱਚ ਜਦੋਂ ਦਵਿਜ ਬ੍ਰਾਹਮਣ ਆਪਣੀ ਸਿਰਮੌਰਤਾ ਦੇ ਵਿੱਚ ਬੈਠਾ ਆ, ਉਸ ਵਕਤ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ ਤੇ ਮਹਾਰਾਜ ਉਹਦੀ ਸਿਰਮੌਰਤਾ ਨੂੰ ਚੈਲੰਜ ਕਰਦੇ ਬਾਅਦ ਦੇ ਵਿੱਚ, ਤੇ ਉਸੇ ਗੜ੍ਹ ਨੂੰ ਤੋੜ ਕੇ ਉੱਥੇ ਮਾਨਵ ਪੱਖੀ ਹੰਨੇ ਮੀਰੀ ਦਾ ਕਨਸੈਪਟ ਲੈ ਕੇ ਆਉਂਦੇ। ਪਰ ਕਵੀ ਜੀ ਨੇ ਜਿਹੜੀ ਬਾਤ ਕਹੀ ਕਿ ਦਿਨ ਚੜਿਆ ਭੋਰ ਪਈ ਨਿਜ ਦਾਸ ਬੁਲਾਇਆ, ਦਿਜਬਰ ਸਦਨ ਜਾਹ ਤੂੰ ਧਾਇਆ। ਜਾ
ਦੌੜ ਕੇ ਬ੍ਰਾਹਮਣ ਦੇ ਘਰ ਜਾ ਤੇ ਬ੍ਰਾਹਮਣ ਦੇ ਘਰੋਂ ਜਾ ਕੇ ਉਹਨੂੰ ਬੁਲਾ ਕੇ ਲੈ ਕੇ ਆ। ਇਸ ਕਿਸਮ ਦੀ ਬਾਤ ਹੋ ਰਹੀ ਹੈ। ਅੱਜ ਦਾ ਦਿੱਤਾ ਹੋਇਆ ਸਮਾਂ ਇੱਥੇ ਸਮਾਪਤ ਹੋ ਰਿਹਾ। ਆਉਂਦੇ ਕੱਲ੍ਹ ਇਸ ਤੋਂ ਅੱਗੇ ਗੱਲ ਤੋਰਨ ਦੀ ਕੋਸ਼ਿਸ਼ ਕਰਾਂਗੇ। ਨਿਤਨੇਮ ਦਾ ਸਮਾਂ ਹੈ, ਭਾਈ ਸਾਹਿਬ ਆ ਗਏ ਨੇ। ਆਖਰੀ ਪੰਕਤੀਆਂ ਭਾਈ ਸਾਹਿਬ ਦੀ ਦੋਨੋਂ ਇੱਕ ਵਾਰੀ ਫਿਰ ਪੜ੍ਹਦੇ ਨੇ, ਨਾਲ ਹੀ ਫਿਰ ਅਸੀਂ ਫਤਿਹ ਦੀ ਸਾਂਝ ਪਾਵਾਂਗੇ ਜੀ। ਕਹਿ ਬਾਲਾ ਸ੍ਰੀ ਅੰਗਦ ਸੁਣੀਏ, ਸ੍ਰੀ ਗੁਰ ਕਥਾ ਬਿਮਲ ਗੁਣ ਗੁਨੀਏ। ਭਈ ਭੋਰ ਨਿਜ ਦਾਸ ਬੁਲਾਇਆ, ਦਿਜ ਬਰ ਸਦਨ ਜਾਹ ਤੂੰ ਧਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।